ਅੱਜ ਸਵੇਰੇ ਇੱਕ ਨੌਜਵਾਨ ਦਾ ਟੈਲੀਫੋਨ ਆਇਆ ਸੀ। ਉਹਨੂੰ ਸੁਣ ਕੇ ਇਹੋ ਹੀ ਪਤਾ ਲੱਗਾ ਹੈ ਕਿ ਧਾਰਮਿਕ ਲੋਕ ਕਿਵੇਂ ਉਲਝਾ ਰਹੇ ਹਨ ਲੋਕਾਂ ਨੂੰ। ਜਿਵੇਂ ਉਹਨੇ ਦੱਸਿਆ ਕਿ ਮੈਂ ਪਹਿਲਾਂ ਬਿਆਸਾ ਵਾਲੇ ਰਾਧਾ ਸੁਆਮੀ ਜਿਹੜੇ ਹਨ ਉੱਥੇ ਜਾਂਦਾ ਹੋਵੇਗਾ, ਉਹਨਾਂ ਦੀ ਸੰਗਤ ਕਰਦਾ ਹੋਵੇਗਾ। ਤੋ ਇੱਕ ਧਿਆਨ ਕਹਿੰਦਾ ਕਰਵਾਇਆ ਕਰਦੇ ਸਨ, ਜਿਹਦੇ ਵਿੱਚ ਸਰੀਰ ਸੁੰਨ ਹੋ ਜਾਂਦਾ ਸੀ ਤੇ ਕਹਿੰਦਾ ਵਿਚਾਰ ਵੀ ਖਤਮ ਹੋ ਜਾਂਦੇ ਸਨ। ਤੇ ਮੈਂ ਕਿਹਾ ਫਿਰ ਜੇ ਵਿਚਾਰ ਖਤਮ ਹੋ ਜਾਂਦੇ ਸਨ, ਫਿਰ ਵਿਚਾਰ ਸ਼ੁਰੂ ਨਹੀਂ ਹੋ ਸਕਦੇ ਹਨ। ਜਦੋਂ ਇੱਕ ਵਾਰ ਨਿਰਵਿਚਾਰ ਦੀ ਅਵਸਥਾ ਆ ਜਾਵੇ ਨਾ, ਉਹਨੂੰ ਆਦਮੀ ਛੱਡ ਨਹੀਂ ਸਕਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ। ਉਹ ਐਸੀ ਅਵਸਥਾ ਹੈ ਨਾ, ਇੰਨੀ ਪਿਆਰੀ ਹੈ, ਇੰਨੀ ਰਸਮਗਨ ਹੈ, ਉਹ ਰਸ ਨੂੰ ਛੱਡ ਨਹੀਂ ਸਕਦਾ। ਬਾਕੀ ਸਾਰੇ ਰਸ ਛੁੱਟ ਜਾਣਗੇ। ਪਰ ਹੁੰਦਾ ਕੀ ਹੈ, ਜ਼ਿਆਦਾਤਰ ਧਾਰਮਿਕ ਲੋਕ ਐਸੀਆਂ ਸਾਧਨਾਵਾਂ ਕਰਵਾ ਰਹੇ ਹਨ। ਬਹੁਤ ਜਗ੍ਹਾ ਤੇ ਐਸੇ ਧਿਆਨ ਲਵਾਏ ਵੀ ਜਾ ਰਹੇ ਹਨ ਤੇ ਧਿਆਨ ਲੱਗ ਵੀ ਜਾਂਦਾ ਹੈ ਥੋੜ੍ਹੇ ਚਿਰ ਵਾਸਤੇ, ਪਰ ਹੁੰਦਾ ਹੈ ਮਨੋਕਲਪਿਤ। ਅਗਰ ਤੁਸੀਂ ਧਿਆਨ ਦੀ ਕਲਪਨਾ ਵੀ ਕਰ ਲਈ ਤਾਂ ਵੀ ਧਿਆਨ ਲੱਗ ਜਾਵੇਗਾ। ਜਿਵੇਂ ਕੋਈ ਸਵਰਗ ਦੀ ਕਲਪਨਾ ਕਰ ਲੈਂਦਾ, ਤੁਹਾਨੂੰ ਸਵਰਗ ਨਜ਼ਰ ਆਉਣ ਲੱਗ ਜਾਂਦਾ। ਕੋਈ ਮੋਕਸ਼ ਦੀ ਵੀ ਕਲਪਨਾ ਕਰ ਲੈਂਦਾ, ਤੇ ਕੋਈ ਧਿਆਨ ਦੀ ਵੀ ਕਲਪਨਾ ਕਰ ਲੈਂਦਾ, ਕੋਈ ਨਿਰਵਿਚਾਰ ਹੋਣ ਦੀ ਵੀ ਕਲਪਨਾ ਕਰ ਲੈਂਦਾ। ਤੇ ਜੋ ਤੁਸੀਂ ਕਲਪਨਾ ਕਰੋਗੇ, ਮਨ ਦੇ ਵਿੱਚ ਬਹੁਤ ਪਾਵਰ ਹੈ। ਮਨ ਜੋ ਸੋਚਦਾ ਹੈ ਨਾ, ਉਹ ਹੀ ਹੋਣ ਲੱਗ ਜਾਂਦਾ ਹੈ। ਦੇਖੋ, ਮਨ ਸੰਸਾਰ ਬਾਰੇ ਸੋਚ ਰਿਹਾ ਹੈ ਤਾਂ ਸੰਸਾਰ ਸੱਚ ਪ੍ਰਤੀਤ ਹੋ ਰਿਹਾ ਹੈ ਤੁਹਾਨੂੰ, ਜਿਹੜਾ ਵਾਸਤਵਿਕ ਦੇ ਵਿੱਚ ਝੂਠ ਹੈ। ਸੁਪਨੇ ਨੂੰ ਤੁਸੀਂ ਸੱਚ ਸਮਝ ਰਹੇ ਹੋ ਮਨ ਕਰਕੇ ਹੀ ਨਾ। ਕਿੰਨਾ ਪਾਵਰਫੁਲ ਹੈ ਫਿਰ। ਤੇ ਅਧਿਆਤਮਿਕ ਜਗਤ ਦੇ ਵਿੱਚ ਵੀ ਇਹੋ ਮਨ ਬਹੁਤ ਭਟਕਾਉਂਦਾ ਹੈ। ਇਸੇ ਕਰਕੇ ਕਿਹਾ ਹੈ ਨਾ, ਗੁਰਬਿਨ ਗਤ ਨਹੀਂ। ਵਾਸਤਵਿਕ ਦੇ ਵਿੱਚ ਜਾਗਰਤ ਪੁਰਸ਼ ਤੋਂ ਬਗੈਰ ਕੋਈ ਮੁਕਤ ਨਹੀਂ ਹੋ ਸਕਦਾ ਹੈ। ਬਹੁਤ ਕਠਿਨ ਹੈ, ਕੋਈ ਵਿਰਲਾ ਹੀ। ਤੇ ਇਹ ਜੋ ਧਿਆਨ ਲਵਾਏ ਜਾਂਦੇ ਹਨ, ਲਵਾ ਰਹੇ ਹਨ ਧਾਰਮਿਕ ਜਗਤ ਦੇ ਵਿੱਚ, ਫਿਰ ਇੱਕ ਕਾਰਨ ਹੋਰ ਵੀ ਹੈ। ਧਿਆਨ ਲਾਉਣ ਵਾਲੇ ਵੀ ਉਹਨਾਂ ਕੋਲ ਕਿਉਂ ਜਾਂਦੇ ਹਨ? ਕਿਉਂਕਿ ਆਦਮੀ ਬਹੁਤ ਕਾਹਲੀ ਦੇ ਵਿੱਚ ਹੈ, ਛੇਤੀ ਦੇ ਵਿੱਚ ਹੈ। ਅਜੋਕੇ ਸਮੇਂ 'ਚ, ਪੁਰਾਣੇ ਸਮੇਂ ਦੇ ਵਿੱਚ ਇੰਨਾ ਕਾਹਲਾ ਨਹੀਂ ਸੀ ਆਦਮੀ। ਸਹਿਜ ਜੀਵਨ ਸੀ, ਬਹੁਤ ਧੀਮੀ ਚਾਲ ਦੇ ਨਾਲ ਜੀਵਨ ਚੱਲਦਾ ਸੀ। ਬਹੁਤੀ ਛੇਤੀ ਨਹੀਂ ਸੀ ਆਦਮੀ ਨੂੰ। ਤੇ ਜਿੰਨਾ ਆਦਮੀ ਸਹਿਜ ਹੋਵੇਗਾ, ਕਾਹਲਾ ਨਹੀਂ ਹੋਵੇਗਾ, ਓਨਾ ਛੇਤੀ ਮਨ ਸ਼ਾਂਤ ਹੁੰਦਾ ਹੈ। ਪਰ ਇੱਕ ਆਦਮੀ ਨੂੰ ਅਜੋਕੇ ਸਮੇਂ 'ਚ ਆਦਤ ਪੈ ਗਈ, ਪਾ ਦਿੱਤੀ ਸੰਸਾਰੀ ਲੋਕਾਂ ਨੇ, ਸਮਝਦਾਰਾਂ ਨੇ, ਵੀ ਕਾਹਲੀ ਦੇ ਵਿੱਚ, ਛੇਤੀ ਦੇ ਵਿੱਚ ਕੁਛ ਪਾਉਣਾ ਹੈ। ਜਿਵੇਂ ਸੰਸਾਰ ਦੇ ਵਿੱਚ
ਸੋਚਦਾ ਹੈ ਨਾ ਬੰਦਾ, ਫਟਾਫਟ ਮੈਂ ਪਾ ਲਵਾਂ ਕੁਛ ਨਾ ਕੁਛ, ਪੈਸਾ ਇਕੱਠਾ ਕਰ ਲਵਾਂ, ਢੇਰ ਲਾ ਦੇਵਾਂ, ਕੋਠੀਆਂ ਬਣਾ ਲਵਾਂ, ਪ੍ਰਾਪਰਟੀ ਖਰੀਦ ਲਵਾਂ। ਕਈਆਂ ਦੀ ਬੜੀ ਛੇਤੀ ਆਕਾਂਸ਼ਾ ਹੁੰਦੀ, ਫਟਾਫਟ ਮੈਂ ਪਾ ਲਵਾਂ ਕੁਛ ਨਾ ਕੁਛ। ਇਹ ਛੇਤੀ ਦੇ ਕਾਰਨ ਹੀ ਬਹੁਤ ਤੇਜ਼ ਸਪੀਡ ਦੇ ਵਾਹਨ ਬਣੇ ਹਨ, ਮਨ ਦੀ ਕਾਹਲੀ ਦੇ ਕਾਰਨ। ਆਦਮੀ ਚਾਹੁੰਦਾ ਮੈਂ ਛੇਤੀ ਨਾ ਪਹੁੰਚ ਜਾਵਾਂ ਦੂਸਰੀ ਜਗ੍ਹਾ। ਦੇਖੋ ਪੁਰਾਣੇ ਸਮਿਆਂ 'ਚ ਸ਼ਿਪਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਲੋਕ ਜਾਂਦੇ ਸੀ, ਮਹੀਨਿਆਂ ਬੱਧੀ ਪਹੁੰਚਦੇ ਸਨ। ਅਜੋਕੇ ਸਮੇਂ 'ਚ ਘੰਟੇ ਲੱਗਦੇ ਹਨ। ਫਿਰ ਵੀ ਆਦਮੀ ਕਹਿੰਦਾ ਹੈ ਨਹੀਂ, ਹੋਰ ਛੇਤੀ ਹੋਣਾ ਚਾਹੀਦਾ। ਕਿਸੇ ਸ਼ਹਿਰ ਜਾਣਾ ਹੋਵੇ ਤਾਂ ਪੁਰਾਣੇ ਸਮੇਂ 'ਚ ਦਿਨ ਲੱਗਦੇ ਸਨ, ਕਈ ਪੈਦਲ ਜਾਣਾ ਪੈਂਦਾ ਸੀ। ਹੁਣ ਕੁਛ ਘੰਟਿਆਂ 'ਚ ਪਹੁੰਚ ਜਾਂਦਾ ਹੈ। ਫਿਰ ਵੀ ਸਪੀਡ ਕਹਿੰਦਾ ਹੈ ਹੋਰ ਤੇਜ਼ ਹੋਣੀ ਚਾਹੀਦੀ। ਟ੍ਰੈਫਿਕ ਬਹੁਤ ਹੈ, ਹੋਰ ਸਪੀਡ ਤੇਜ਼ ਵਾਲੀਆਂ ਗੱਡੀਆਂ ਬਣ ਰਹੀਆਂ ਵੀ। ਆਦਮੀ ਬਹੁਤ ਕਾਹਲਾ ਹੈ। ਆਦਮੀ ਦੇ ਅੰਦਰ ਇੱਕ ਕਾਹਲਾਪਨ ਦੀ ਬਿਮਾਰੀ ਪੈਦਾ ਹੋ ਗਈ ਛੇਤੀ। ਤੇ ਜਿੰਨਾ ਆਦਮੀ ਕਾਹਲਾ ਹੁੰਦਾ ਹੈ ਨਾ, ਓਨਾ ਬੇਚੈਨ ਹੁੰਦਾ ਹੈ। ਫਿਰ ਜਿੰਨਾ ਸੰਸਾਰ ਦੇ ਵਿੱਚ ਬੇਚੈਨ ਹੁੰਦਾ ਹੈ, ਤੇ ਧਾਰਮਿਕ ਲੋਕ ਕਹਿੰਦੇ ਹਨ ਵੀ ਇੱਧਰ ਤੁਸੀਂ ਆ ਜਾ, ਫਟਾਫਟ ਤੈਨੂੰ ਧਿਆਨ ਲਵਾ ਦਾਂਗੇ। ਕੁਛ ਦਿਨਾਂ ਦੇ ਵਿੱਚ ਹੀ ਤੇਰਾ ਧਿਆਨ ਲੱਗ ਜੂਗਾ, ਤੈਨੂੰ ਪ੍ਰਕਾਸ਼ ਦਿਖਣ ਲੱਗ ਜੂਗਾ, ਤੈਨੂੰ ਨਾਦ ਸੁਣਾਈ ਦੇਣ ਲੱਗ ਜੂਗਾ, ਤੈਨੂੰ ਬੈਕੁੰਠ 'ਚ ਪਹੁੰਚਾ ਦਾਂਗੇ, ਆ ਜਾ ਤੂੰ। ਕੁਛ ਦਿਨਾਂ ਦੇ ਵਿੱਚ ਹੀ ਤੋਂ ਧਿਆਨ ਲਵਾਉਣ ਦੀਆਂ ਵਿਧੀਆਂ ਦੱਸਦੇ ਹਨ, ਲਵਾਉਂਦੇ ਆ। ਤੇ ਕਈ ਬਹੁਤ ਕੋਸ਼ਿਸ਼ ਵੀ ਕਰਦੇ ਹਨ, ਤੇ ਕੋਸ਼ਿਸ਼ ਦਾ परिणाम ਇਹੋ ਹੁੰਦਾ ਹੈ ਵੀ ਮਨੋਕਲਪਿਤ ਕੋਈ ਧਿਆਨ ਲੱਗ ਜਾਂਦਾ ਹੈ, ਮਨੋਕਲਪਿਤ ਪ੍ਰਕਾਸ਼ ਦੇਖ ਲੈਂਦਾ ਹੈ। ਜਦੋਂ ਕਲਪਨਾ ਕਰੀ ਜਾਓ ਤੇ ਦੇਖ ਹੀ ਲਓਗੇ ਨਾ। ਏਦਾਂ ਹੀ ਕੋਈ ਨਾਦ ਸੁਣ ਲੈਂਦਾ। ਕਾਹਲੀ ਦੇ ਵਿੱਚ, ਛੇਤੀ ਦੇ ਵਿੱਚ ਇੱਕ ਗੱਲ ਖਿਆਲ ਵਿੱਚ ਰੱਖਣ ਯੋਗ ਹੈ, ਇਹ ਵੀ ਬਹੁਤ ਜ਼ਰੂਰੀ ਵੀ ਛੇਤੀ ਕਾਹਲੀ ਜਿਹੜਾ ਵੀ ਆਦਮੀ ਕਰਦਾ ਹੈ ਸੰਸਾਰ ਦੇ ਵਿੱਚ, ਤੇ ਹੋ ਸਕਦਾ ਹੈ ਕਾਮਯਾਬ ਹੋ ਜਾਵੇ, ਪਰ ਧਰਮ ਦੇ ਵਿੱਚ ਜਵੇਂ ਹੀ ਨਹੀਂ ਹੋ ਸਕਦਾ। ਕਾਹਲਾ ਮਨ ਤੇ ਚੰਚਲ ਹੁੰਦਾ ਹੈ, ਜ਼ਿਆਦਾ ਚੰਚਲ ਹੋ ਜਾਂਦਾ, ਉਹ ਤੇ ਟਿਕ ਹੀ ਨਹੀਂ ਸਕਦਾ। ਤੇ ਜਿਹੜਾ ਕਾਲਾ ਪੈ ਰਿਹਾ ਹੈ ਨਾ, ਉਹ ਤੇ ਸਗੋਂ ਜ਼ਿਆਦਾ ਚੰਚਲ ਹੋ ਜਾਂਦਾ ਹੈ। ਤੇ ਫਿਰ ਵੀ ਸੰਸਾਰ ਦੇ ਵਿੱਚ ਵੀ ਇੱਕਦਮ ਸਭ ਕੁਛ ਨਹੀਂ ਮਿਲਦਾ ਹੈ। ਦੇਖੋ ਤੁਸੀਂ, ਬੱਚਾ ਪਹਿਲਾਂ ਪੜ੍ਹਾਈ ਕਰਦਾ ਹੈ, ਦੇਖੋ 25-30 ਸਾਲ ਤੱਕ ਕੋਰਸ ਕਰਦਾ ਹੈ, ਫਿਰ ਕੋਈ ਨੌਕਰੀ ਮਿਲਦੀ ਹੈ, ਫਿਰ ਕਿਤੇ ਕਾਮਯਾਬ ਹੁੰਦਾ ਹੈ, ਫਿਰ ਘਰ ਬਣਾਉਂਦਾ ਹੈ, ਵਿਆਹ ਕਰਾਉਂਦਾ ਹੈ। ਸੁਪਨਾ ਛੇਤੀ ਪੂਰਾ ਤਾਂ ਨਹੀਂ ਹੋ ਜਾਂਦਾ ਹੈ, ਬੜਾ ਟਾਈਮ ਲੱਗਦਾ। ਫਿਰ ਵੀ ਮਿਲਦਾ ਕੁਝ ਨਹੀਂ ਸੁਪਨਾ ਪੂਰਾ ਹੋ ਕੇ, ਪਰ ਟਾਈਮ ਤੇ ਲੱਗਦਾ ਹੈ। ਵਿਦੇਸ਼ਾਂ ਦੇ ਵਿੱਚ ਘਰ ਬਣਾਉਣ ਨੂੰ ਵੀ ਬਹੁਤ ਟਾਈਮ ਲੱਗਦਾ, ਤੇ ਇੱਕਦਮ ਨਹੀਂ ਹੁੰਦਾ ਹੈ, ਸਮਾਂ ਲੱਗਦਾ ਹੈ ਸੰਸਾਰ ਵਿੱਚ ਵੀ। ਤੇ ਧਰਮ ਦੇ ਵਿੱਚ ਤੇ ਬਹੁਤ ਧੀਰਜ ਚਾਹੀਦੀ ਹੈ। ਪੁਰਾਣੇ ਸਮੇਂ 'ਚ ਤੁਸੀਂ ਸੁਣਿਆ ਹੈ, ਸਾਧਕ ਜੰਗਲਾਂ 'ਚ ਚਲੇ ਜਾਂਦੇ ਸਨ, ਕਿੰਨਾ ਕਿੰਨਾ ਸਮਾਂ ਜੰਗਲਾਂ ਦੇ ਵਿੱਚ ਸਾਧਨਾ ਕਰਦੇ ਰਹਿੰਦੇ ਸਨ, ਕਈ ਸਾਲ ਤਪੱਸਿਆ ਕਰਦੇ ਸਨ। ਇੱਕਦਮ ਮਨ ਛੁੱਟ ਥੋੜ੍ਹੀ ਜਾਂਦਾ, ਮਨ ਸੰਸਾਰ 'ਚ ਲੱਗਦਾ ਵੀ ਹੌਲੀ ਹੌਲੀ ਤੇ ਛੁੱਟਦਾ ਵੀ ਹੌਲੀ ਹੌਲੀ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ, ਬਹੁਤ ਜ਼ਰੂਰੀ। ਛੇਤੀ ਦੇ ਵਿੱਚ, ਕਾਹਲੀ ਦੇ ਵਿੱਚ ਤੁਸੀਂ ਨਹੀਂ ਛੁੱਟ ਸਕਦੇ, ਕਿਉਂਕਿ ਲੱਗਿਆ ਵੀ ਹੌਲੀ ਹੌਲੀ ਹੈ ਨਾ। ਸੰਸਾਰ ਦੇ ਵਿੱਚ ਬਹੁਤ ਸਮਾਂ ਲੱਗਦਾ ਹੈ, ਲੱਗਾ ਹੈ ਸੰਸਾਰ ਦੇ ਵਿੱਚ, ਹੌਲੀ ਹੌਲੀ ਧਿਆਨ ਲੱਗਾ, ਤੇ ਧਿਆਨ ਹਟਾਉਣ ਨੂੰ ਵੀ ਬਹੁਤ ਸਮਾਂ ਲੱਗੇਗਾ। ਇੱਕਦਮ ਥੋੜ੍ਹੀ ਹਟ ਜਾਵੇਗਾ, ਫਿਰ ਹੌਲੀ ਹੌਲੀ ਹਟੇਗਾ ਤੇ ਜ਼ਿਆਦਾ ਸਹਿਜ ਹੋਵੇਗਾ, ਪਰਪੱਕ ਹੋਵੇਗਾ ਜਿੰਨਾ ਹੌਲੀ ਹੌਲੀ ਹਟੇਗਾ। ਤੇ ਇੱਕਦਮ ਧਿਆਨ ਥੋੜ੍ਹੀ ਹਟੇਗਾ,
ਤੇ ਇਹ ਜੋ ਸਮਾਧੀਆਂ ਧਿਆਨ ਲਵਾ ਰਹੇ ਹਨ ਅਜੋਕੇ ਸਮੇਂ 'ਚ ਬਹੁਤ ਜਗ੍ਹਾ ਤੇ, ਸਿਰਫ ਕਾਲਪਨਿਕ ਹਨ। ਇੱਦਾਂ ਤੇ ਲਾ ਲੈਂਦੇ ਸਨ ਪੁਰਾਣੇ ਸਮੇਂ 'ਚ ਜੋਗੀ ਵੀ। ਮਹੇਸ਼ਾ ਜੋਗੀ ਲਾ ਕੇ ਬੈਠਾ ਹੀ ਸੀ ਸਮਾਧੀ, ਦੇਖੋ ਕਿੰਨਾ ਸਮਾਂ ਬੈਠਾ ਰਿਹਾ, ਮਿਲਿਆ ਕੁਝ। ਫਿਰ ਗੁਰੂ ਕੋਲ ਮੁਕਤੀ ਦਾ ਰਸਤਾ ਪੁੱਛਦਾ, ਮੁਕਤ ਨਹੀਂ ਹੋਇਆ ਹੈ। ਦੇਖੋ ਸਮਾਧੀ 'ਚ ਜਾ ਕੇ ਵੀ ਮੁਕਤ ਨਹੀਂ ਹੁੰਦਾ ਹੈ ਆਦਮੀ, ਕਿਉਂਕਿ ਮਨ ਛੁੱਟਿਆ ਨਹੀਂ ਹੈ ਨਾ। ਮਨ ਗੁਰੂ ਤੋਂ ਬਿਨਾਂ ਛੁੱਟਦਾ ਹੀ ਨਹੀਂ, ਲੱਖ ਯਤਨ ਕਰੋ। ਤੇ ਧਿਆਨ ਜਿਹੜਾ ਹੈ ਨਾ ਉਹ ਇੱਕਦਮ ਨਹੀਂ ਹੁੰਦਾ, ਇੱਕਦਮ ਨਹੀਂ ਲੱਗੇਗਾ। ਹੁਣ ਜੇ ਵਿਚਾਰ ਸਮਝ ਲਓ ਤੁਸੀਂ, ਧਿਆਨ ਦੇ ਵਿੱਚ ਨਿਰਵਿਚਾਰ ਹੋ ਗਿਆ ਕੋਈ, ਇਹ ਨਿਰਵਿਚਾਰ ਤਾਂ ਤੁਸੀਂ ਰੋਜ਼ ਰਾਤ ਨੂੰ ਹੁੰਦੇ ਹੀ ਹੋ। ਜਦੋਂ ਆਦਮੀ ਗਹਿਰੀ ਨੀਂਦ ਦੇ ਵਿੱਚ ਜਾਂਦਾ ਹੈ ਉਦੋਂ ਨਿਰਵਿਚਾਰ ਹੁੰਦਾ ਹੀ ਹੈ, ਤੁਸੀਂ ਸਾਰੇ ਹੀ ਹੁੰਦੇ। ਫਿਰ ਵਿਚਾਰ ਸ਼ੁਰੂ ਹੋ ਜਾਂਦੇ, ਉਹਦੇ ਨਾਲ ਕੋਈ ਉਪਲਬਧੀ ਥੋੜ੍ਹੀ ਹੋ ਜਾਂਦੀ। ਇੱਦਾਂ ਹੀ ਮੂਰਛਿਤ ਅਵਸਥਾ ਦੇ ਵਿੱਚ ਧਿਆਨ ਦੇ ਵਿੱਚ ਵੀ ਹੋ ਜਾਂਦਾ, ਨਿਰਵਿਚਾਰ ਕੋਈ ਹੋ ਗਿਆ, ਖਿਆਲ ਭੁੱਲ ਗਿਆ, ਸਰੀਰ ਦਾ ਜੜ ਹੋ ਗਿਆ, ਤੇ ਉਪਲਬਧੀ ਥੋੜ੍ਹੀ। ਮਨ ਫਿਰ ਉੱਦਾਂ ਹੀ ਚੱਲਣ ਲੱਗ ਜਾਂਦਾ ਹੈ। ਜਦੋਂ ਖਿਆਲ ਕਰੋ ਤੁਸੀਂ ਸੰਸਾਰ ਦਾ, ਉੱਦਾਂ ਹੀ ਫਸਿਆ ਹੋਇਆ ਹੈ। ਤੇ ਜਿੰਨਾ ਚਿਰ ਮਨ ਚੱਲ ਰਿਹਾ ਹੈ ਤੇ ਥੋੜ੍ਹੇ ਚਿਰ ਵਾਸਤੇ ਮਨ ਦਾ ਠਹਿਰ ਜਾਣਾ ਹੀ ਮੁਕਤੀ ਨਹੀਂ ਹੈ, ਖਿਆਲ ਵਿੱਚ ਰੱਖੋ। ਬਹੁਤਿਆਂ ਦਾ ਠਹਿਰ ਵੀ ਜਾਂਦਾ ਹੈ। ਹਾਂ, ਅਗਰ ਵਾਸਤਵਿਕ ਦੇ ਵਿੱਚ ਕੋਈ ਨਿਰਵਿਚਾਰ ਹੋਵੇਗਾ ਤਾਂ ਉਹਨੂੰ ਰਸ ਆ ਜਾਵੇਗਾ ਥੋੜ੍ਹੇ ਸਮੇਂ ਵਾਸਤੇ, ਤੇ ਰਸ ਜਿਹੜਾ ਹੈ ਉਹ ਵਾਸਤਵਿਕ ਹੋਵੇਗਾ ਤੇ ਉਹਦਾ ਸਮਾਂ ਵਧੇਗਾ ਉਹ ਧਿਆਨ ਦਾ, ਕਿਉਂਕਿ ਉਹਨੂੰ ਪਤਾ ਲੱਗ ਜਾਵੇਗਾ ਵੀ ਜਦੋਂ ਮੈਂ ਇਸ ਅਵਸਥਾ ਦੇ ਵਿੱਚ ਸੀ ਤੇ ਮੈਨੂੰ ਬੜਾ ਰਸ ਆ ਰਿਹਾ ਸੀ, ਬੜਾ ਸੁਖਦ ਸੀ, ਬੜੀ ਸ਼ਾਂਤੀ ਸੀ, ਬੜਾ ਆਨੰਦ ਸੀ। ਉਸ ਅਵਸਥਾ ਨੂੰ ਛੱਡੇਗਾ ਨਾ, ਖਿਆਲ ਵਿੱਚ ਆ ਜਾਵੇਗਾ ਤੇ ਉਹ ਧਿਆਨ ਦੀ ਅਵਸਥਾ ਫਿਰ ਵਧੇਗੀ। ਜਿਹੜਾ ਐਸਾ ਧਿਆਨ ਹੁੰਦਾ ਹੈ ਨਾ, ਥੋੜ੍ਹਾ ਚਿਰ ਬੰਦਾ ਕਰਕੇ ਛੱਡ ਦਿੰਦਾ ਹੈ, ਉਹ ਸਿਰਫ ਮਨੋਕਲਪਿਤ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣੀ ਹੈ। ਬਹੁਤ ਜਗ੍ਹਾ 'ਤੇ ਧਿਆਨ ਕਰਵਾਇਆ ਜਾ ਰਿਹਾ ਹੈ, ਤੇ ਜਿਹੜੇ ਕਰਵਾਉਣ ਵਾਲੇ ਹਨ ਤੇ ਉਹ ਦਾਅਵਾ ਕਰ ਦਿੰਦੇ ਹਨ ਵੀ ਛੇਤੀ ਨਾਲ ਤੁਹਾਡਾ ਧਿਆਨ ਲਵਾ ਦਾਂਗੇ, ਆ ਜਾਓ ਸਾਡੇ ਕੋਲ, ਸਾਡੇ ਸ਼ਿਵਰ ਦੇ ਵਿੱਚ, ਸਾਡੇ ਆਸ਼ਰਮ 'ਚ, ਸਾਡੇ ਡੇਰੇ 'ਚ। ਤੇ ਕੁਛ ਕੁ ਹੋਰ ਢੰਗ ਦੇ ਵੀ ਹਨ। ਇਸੇ ਹੀ ਟੈਲੀਫੋਨ ਕਰਨ ਵਾਲੇ ਨੌਜਵਾਨ ਨੇ ਦੱਸਿਆ ਹੈ ਵੀ ਬਹੁਤ ਸਾਰੇ ਲੋਕ ਸਾਧੂ ਮਹਾਤਮਾ ਜਿਹੜੇ ਹਨ ਉਹਨਾਂ ਦੀ ਸੰਗਤ ਕਰਦੇ ਹਨ, ਜਿਵੇਂ ਬਿਆਸਾ ਵਾਲੇ ਵੀ ਹਨ, ਹੋਰ ਵੀ ਬਹੁਤ ਸਾਰੇ ਹਨ। ਉਹ ਆਸ਼ਵਾਸਨ ਇਹ ਦਿੰਦੇ ਹਨ ਵੀ ਅਗਰ ਤੁਸੀਂ ਸਾਡੇ ਨਾਲ ਜੁੜੇ ਰਹੇ, ਪੂਜਾ ਪਾਠ ਕਰਦੇ ਰਹੇ, ਤੇ ਅਸੀਂ ਤੁਹਾਨੂੰ ਮਰਨ ਤੋਂ ਬਾਅਦ ਮੁਕਤ ਕਰ ਦੇਵਾਂਗੇ। ਇਹ ਸਾਰਿਆਂ ਨੂੰ ਵੱਡਾ ਧੋਖਾ ਹੈ ਧਾਰਮਿਕ ਜਗਤ ਦੇ ਵਿੱਚ। ਦਰਅਸਲ ਇਹ ਮਾਰਗ ਹੀ ਅਦ੍ਰਿਸ਼ਟ ਦਾ ਹੈ ਨਾ। ਬਾਹਰੋਂ ਤੇ ਤੁਸੀਂ ਸਮਝ ਨਹੀਂ ਸਕਦੇ ਕਿਸੇ ਨੂੰ ਕੌਣ ਸੱਚ ਬੋਲ ਰਿਹਾ ਹੈ। ਵੀ ਇਹ ਜਿਹੜੇ ਦਾਅਵਾ ਕਰ ਰਹੇ ਹਨ ਵੀ ਮਰਨ ਤੋਂ ਬਾਅਦ ਅਸੀਂ ਤੁਹਾਨੂੰ ਮੁਕਤ ਕਰਾਂਗੇ, ਸਾਡੇ ਗੁਰੂ ਮੁਕਤ ਕਰਨਗੇ, ਤੁਸੀਂ ਪੂਜਾ ਪਾਠ ਕਰਦੇ ਰਹੋ, ਧੂਪ ਦਿਖਾਉਂਦੇ ਰਹੋ ਫੋਟੋ ਅੱਗੇ, ਆਰਤੀ ਕਰਦੇ ਰਹੋ, ਮਰਿਆਦਾ ਦੇ ਵਿੱਚ ਰਹੋ, ਗੁਰੂ ਵਾਲੇ ਬਣੇ ਰਹੋ, ਗੁਰੂ ਤੁਹਾਨੂੰ ਨਰਕਾਂ ਤੋਂ ਛਡਾਊਗਾ। ਮਰਨ ਤੋਂ ਬਾਅਦ ਤੇ ਕੋਈ ਆਣ ਕੇ ਕਹਿੰਦਾ ਨਹੀਂ, ਤੇ ਇਹਨਾਂ ਦਾ ਝੂਠ ਚੱਲਦਾ ਹੈ ਤੇ ਸਦੀਆਂ ਤੋਂ ਚੱਲ ਰਿਹਾ ਹੈ। ਫਿਰ ਜੁੜੇ ਹੋਏ ਹਨ, ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਹੈ। ਹੁਣ ਮਰ ਕੇ ਹੀ ਪਤਾ ਲੱਗੇਗਾ, ਤੇ ਜਦੋਂ ਮਾਰ ਹੀ ਗਏ ਤੇ ਫਿਰ ਦੱਸਣਾ ਕਿੰਨੇ। ਇਹ ਸਾਰਿਆਂ ਨੂੰ ਵੱਜਾ ਝੂਠ ਚੱਲਦਾ ਹੈ। ਝੂਠ ਤੇ ਬਹੁਤ ਹਨ। ਦਰਅਸਲ ਜਿਹੜਾ ਬਾਹਰ ਧਰਮ ਹੈ, ਬਾਹਰ ਮੁਖੀ, ਇਹਦੇ 'ਚ ਸਭ ਝੂਠ ਹੀ ਝੂਠ ਹੈ। ਪਰ ਝੂਠ ਵੀ ਇਸ ਢੰਗ ਨਾਲ ਬੋਲਿਆ ਜਾਂਦਾ ਹੈ ਜਿਹਦੇ 'ਤੇ ਲੋਕ ਵਿਸ਼ਵਾਸ ਕਰਨ। ਹੁਣ ਵਿਸ਼ਵਾਸ ਹੀ ਨਾ ਆਵੇ ਤੇ ਝੂਠ ਫਿਰ ਚੱਲ ਨਹੀਂ ਨਾ ਸਕਦਾ। ਹੁਣ ਇਸ ਝੂਠ 'ਤੇ ਵਿਸ਼ਵਾਸ ਆ ਜਾਂਦਾ ਹੈ ਬੰਦੇ ਨੂੰ, ਬੰਦਾ ਕਹਿੰਦਾ
ਹੋ ਸਕਦਾ ਹੈ ਇੰਨੀ ਦੁਨੀਆ ਜੁੜੀ ਹੋਈ, ਇੰਨੇ ਸ਼ਰਧਾਲੂ, ਇੰਨੇ ਭਗਤ, ਇੰਨੇ ਸਿੱਖ ਹਨ, ਇਹਨਾਂ ਦੇ ਇੰਨੀ ਪ੍ਰਭੁਤਾ, ਐਡੀ ਵੱਡੀ ਕੁਰਸੀ ਤੇ ਬੈਠੇ ਹੋਏ, ਇੰਨੇ ਮਹਾਨ ਸੰਤ ਹਨ, ਇਹ ਕਿਤੇ ਝੂਠ ਥੋੜ੍ਹੀ ਬੋਲਣਗੇ, ਇਹ ਮੁਕਤ ਕਰ ਹੀ ਦੇਣਗੇ ਨਾ। ਤੇ ਆਦਮੀ ਜੋ ਦੱਸਦੇ ਹਨ, ਸਵੇਰੇ ਉੱਠ ਕੇ ਥੋੜ੍ਹਾ ਚਿਰ ਮੰਤਰ ਦਾ ਜਾਪ ਕਰ ਲਿਆ, ਪੂਜਾ ਪਾਠ ਕਰ ਲਏ, ਨਿਤਨੇਮ ਕਰ ਲਿਆ, ਫਿਰ ਸਾਰੀ ਦਿਹਾੜੀ ਸੰਸਾਰ ਦੇ ਵਿੱਚ ਭੱਜਾ ਫਿਰਦਾ ਹੈ, ਸੋਚਦਾ ਸੰਸਾਰ ਬਾਰੇ। ਹੁਣ ਸਾਰੀ ਦਿਹਾੜੀ ਸੋਚੇਗਾ ਤੇ ਸਵੇਰੇ ਸ਼ਾਮ ਵੀ ਕਿਹੜੀ ਪੂਜਾ ਪਾਠ ਹੁੰਦੀ, ਉਦੋਂ ਵੀ ਸੋਚ ਚੱਲਦੀ। ਹੁਣ ਜਿਹੜੀ ਸੋਚ ਚੱਲ ਰਹੀ ਹੈ, ਮਨ ਧਿਆਨ ਤੁਹਾਡਾ ਸੰਸਾਰ ਵਿੱਚ ਲੱਗਾ ਹੈ, ਉਹ ਮਰਨ ਵੇਲੇ ਇੱਕਦਮ ਥੋੜ੍ਹੀ ਛੁੱਟ ਜਾਵੇਗਾ। ਤੁਸੀਂ ਆਪ ਖਿਆਲ ਕਰੋ, ਤੁਸੀਂ ਸਮਝਦਾਰ ਹੋ, ਸੁਣਨ ਵਾਲੇ ਜ਼ਿਆਦਾਤਰ, ਵੀ ਲਗਾਤਾਰ ਆਦਮੀ ਦਾ ਧਿਆਨ ਸੰਸਾਰ ਵਿੱਚ ਲੱਗਾ ਹੈ, ਮਰਨ ਵਾਲੇ ਕਿਵੇਂ ਛੁੱਟੇਗਾ ਇੱਕਦਮ? ਨਹੀਂ ਛੁੱਟਦਾ ਹੈ, ਧਿਆਨ ਹਟਦਾ ਥੋੜ੍ਹੀ ਹੈ। ਹਾਂ, ਕਦੇ ਕਦੇ ਐਸਾ ਹੁੰਦਾ ਹੈ ਵੀ ਕਈ ਸਾਧਕ ਜਿਹੜੇ ਲੱਗੇ ਹੁੰਦੇ ਹਨ, ਧਿਆਨ ਹਟਾਉਂਦੇ ਰਹਿੰਦੇ ਹਨ, ਧਿਆਨ ਕਰਦੇ ਰਹਿੰਦੇ ਹਨ। ਐਸੇ ਹੋਏ ਹਨ ਪੁਰਾਣੇ ਸਮੇਂ 'ਚ, ਜਿਵੇਂ ਅਜਾਮਲ ਸੀ, ਤੋ ਆਖਰੀ ਕਦਮ ਤੱਕ ਪਹੁੰਚ ਜਾਂਦੇ ਹਨ ਮਰਨ ਵੇਲੇ, ਧਿਆਨ ਦੇ ਆਖਰੀ ਸਟੈਪ 'ਤੇ, ਜਿਹੜਾ ਸੰਸਾਰ ਨਾਲੋਂ ਛੁੱਟਣੀ ਵਾਲਾ ਸੀ ਧਿਆਨ, ਉੱਧਰੋਂ ਮੌਤ ਆ ਗਈ ਤਾਂ ਉਹਨਾਂ ਦਾ ਉਸ ਸਮੇਂ ਛੁੱਟ ਜਾਂਦਾ ਹੈ। ਪਰ ਇੱਕਦਮ ਥੋੜ੍ਹੀ, ਵੀ ਸਾਰੀ ਜ਼ਿੰਦਗੀ ਭੋਗਦਾ ਰਿਹਾ। ਅਜਾਮਲ ਦੀ ਇੱਕ ਸਾਖੀ ਇਉਂ ਸੁਣਾਉਂਦੇ ਹਨ ਵੀ ਪਾਪ ਕਰਦਾ ਨਹੀਂ ਰਿਹਾ, ਲੋਕ ਸਮਝਦੇ ਰਹੇ ਪਾਪੀ। ਉਹਨੂੰ ਤੇ ਸ਼ਹਿਰ ਦੇ ਵਿੱਚੋਂ ਕੱਢ ਦਿੱਤਾ ਸੀ ਰਾਜੇ ਨੇ, ਬਦਖਲ ਕਰ ਦਿੱਤਾ ਸੀ, ਨਠਾਤਾ, ਸ਼ਹਿਰ 'ਚ ਵੜਨਾ ਨਹੀਂ, ਤੇ ਬਾਹਰ ਜੰਗਲ 'ਚ ਰਿਹਾ ਸੀ, ਤੇ ਬਹੁਤ ਕਠਿਨ ਜੀਵਨ ਸੀ, ਪਰਿਵਾਰ ਸੀ, ਬੱਚੇ ਸਨ, ਤੇ ਗਿਆਨ ਸੀ ਉਹਨੂੰ, ਦਰਅਸਲ ਧਿਆਨ ਨਹੀਂ ਸੀ, ਉਹ ਬ੍ਰਾਹਮਣ ਸੀ। ਤੇ ਉੱਥੇ ਫਿਰ ਸਹਿਜ ਧਿਆਨ ਲੱਗਾ। ਜਦੋਂ ਸੰਸਾਰ ਵੱਲੋਂ ਪਿੱਠ ਹੋ ਗਈ, ਸੰਸਾਰ ਨੇ ਮੁੱਖ ਮੋੜ ਲਿਆ, ਦੁਤਕਾਰ ਦਿੱਤਾ ਵੀ ਇਹਨੂੰ ਮੱਥੇ ਨਹੀਂ ਲਾਉਣਾ, ਮੂੰਹ ਨਹੀਂ ਲਾਉਣਾ, ਇਹ ਪਾਪੀ। ਇਹਨੇ ਵੇਸ਼ਵਾ ਤੇ ਅੱਖ ਰੱਖੀ, ਬ੍ਰਾਹਮਣ ਹੋ ਕੇ, ਪਾਜ ਪੂਸ਼ਾ ਕਰਨ ਵਾਲਾ, ਇੱਦਾਂ ਕਹਿੰਦੇ ਹਨ ਨਾ ਲੋਕ। ਉਸੇ ਹੀ ਧਾਰਮਿਕ ਵਿਅਕਤੀ ਦੀ ਆਲੋਚਨਾ ਬਹੁਤ ਕਰਦੇ ਹਨ, ਪਹਿਲਾਂ ਤਾਂ ਪੂਜਦੇ ਹਨ ਉਹਨੂੰ, ਫਿਰ ਜਦੋਂ ਕੋਈ ਗਲਤੀ ਦੇਖ ਲੈਂਦੇ ਹਨ, ਫਿਰ ਉਹਨੂੰ ਦੁਤਕਾਰਦੇ ਹਨ, ਉਹਦਾ ਅਪਮਾਨ ਕਰਦੇ ਆ। ਇਵੇਂ ਹੀ ਹੋਇਆ। ਅਜਾਮਲ ਨੂੰ ਪਹਿਲਾਂ ਤਾਂ ਬੜਾ ਸਨਮਾਨ ਮਿਲਦਾ ਸੀ, ਰਾਜ ਦਰਬਾਰ ਦੇ ਵਿੱਚ ਕਥਾ ਕਰਦਾ ਸੀ, ਪ੍ਰਚਾਰ ਕਰਦਾ ਸੀ, ਉੱਚ ਕੋਟੀ ਦਾ ਬ੍ਰਾਹਮਣ ਸੀ, ਵਿਦਵਾਨ ਸੀ, ਸਨਮਾਨ ਸੀ ਉਹਦਾ। ਤੋਂ ਪ੍ਰੇਮ ਤੇ ਪ੍ਰੇਮ ਹੁੰਦਾ ਹੈ, ਵੇਸ਼ਵਾ ਦੇ ਨਾਲ ਹੋ ਗਿਆ। ਵੇਸ਼ਵਾ ਕੀ, ਜਿਹੜੀਆਂ ਰਾਜ ਦਰਬਾਰ ਦੇ ਵਿੱਚ ਨੱਚਣ ਗਾਉਣ ਵਾਲੀਆਂ ਹੁੰਦੀਆਂ ਹਨ, ਪੁਰਾਣੇ ਸਮੇਂ ਸਨ, ਉਹਨਾਂ ਨੂੰ ਵੇਸ਼ਵਾ ਕਿਹਾ ਕਰਦੇ ਸਨ। ਵੇਸ਼ਵਾ ਦਾ ਅਰਥ ਹੁੰਦਾ ਹੈ, ਜਿਵੇਂ ਵੈਸ਼ ਸ਼ਬਦ ਹੈ, ਵੈਸ਼ ਦਾ ਅਰਥ ਹੁੰਦਾ ਹੈ ਜਿਹੜਾ ਕੰਮਕਾਰ ਕਰਕੇ, ਧੰਦਾ ਕਰਕੇ ਆਪਣੀ ਉਪਜੀਵਕਾ ਚਲਾਉਂਦਾ ਹੈ, ਕਾਰੋਬਾਰ ਕਰਕੇ। ਇੱਦਾਂ ਪੁਰਾਣੇ ਸਮਿਆਂ ਦੇ ਵਿੱਚ ਇਸਤਰੀਆਂ ਕੰਮ ਧੰਦਾ ਨਹੀਂ ਸੀ ਕਰਦੀਆਂ ਹੁੰਦੀਆਂ, ਸਿਰਫ ਬੰਦਾ ਕਰਦਾ ਹੁੰਦਾ ਸੀ। ਤੇ ਜਿਹੜੀਆਂ ਇਸਤਰੀਆਂ ਕੰਮ ਧੰਦਾ ਕਰਦੀਆਂ ਸਨ, ਉਹਨਾਂ ਨੂੰ ਵੇਸ਼ਿਆ ਕਿਹਾ ਕਰਦੇ ਸਨ। ਵੈਸ਼ ਤੇ ਵੈਸ਼ਿਆ ਭਾਵ ਕਿ ਇਹ ਨੱਚ ਗਾ ਕੇ ਲੋਕਾਂ ਦਾ ਮਨੋਰੰਜਨ ਕਰਕੇ ਪੈਸਾ ਕਮਾਉਂਦੀ, ਧੰਦਾ ਕਰਦੀ, ਹੋਰ ਤੇ ਕੋਈ ਕਾਰੋਬਾਰ ਹੈ ਨਹੀਂ। ਤੇ ਐਸੀਆਂ ਇਸਤਰੀਆਂ ਰਾਜ ਦਰਬਾਰ ਦੇ ਵਿੱਚ ਹੁੰਦੀਆਂ ਸਨ। ਉਹ ਇਸਤਰੀ ਕੋਈ ਮੋਹਿਤ ਹੋਊਗੀ, ਉਹਨੇ ਜ਼ਿਆਦਾ ਜਿੱਦ ਕੀਤੀ ਹੋਵੇਗੀ। ਅਜਾਮਲ ਵੀ ਮੰਨ ਗਿਆ, ਪਰ ਇਹ ਗੱਲ ਧਾਰਮਿਕ ਲੋਕਾਂ ਨੂੰ ਜਚੀ ਨਹੀਂ। ਉਹਨਾਂ ਨੇ ਬਗਾਵਤ ਕਰ ਦਿੱਤੀ। ਰਾਜੇ ਨੂੰ ਕਿਹਾ ਵੀ ਇਹਨੂੰ ਬੇਦਖਲ ਕਰੋ, ਕੱਢੋ ਇੱਥੋਂ, ਸਾਡੇ ਸਾਰੇ ਬ੍ਰਾਹਮਣਾਂ ਦੀ ਨਾਰਾਜ਼ਗੀ। ਉਹ ਬ੍ਰਾਹਮਣ ਹੀ ਵਿਰੋਧੀ ਹੁੰਦੇ ਹਨ,
ਧਾਰਮਿਕ ਲੋਕ ਹੀ ਵਿਰੋਧੀ ਹੁੰਦੇ। ਕਬੀਰ ਦੇ ਵਿਰੋਧੀ ਕੌਣ ਸਨ? ਧਾਰਮਿਕ ਹੀ ਸਨ। ਇਹੋ ਜਿਹੇ ਇਲਜ਼ਾਮ ਕਬੀਰ ਤੇ ਵੀ ਲੱਗੇ ਸਨ, ਸਾਰਿਆਂ ਤੇ ਲੱਗਦੇ ਆ। ਤੋ ਧਾਰਮਿਕ ਲੋਕਾਂ ਨੇ ਰਾਜੇ ਨੂੰ ਕਹਿ ਕੇ ਉਹਨੂੰ ਸ਼ਹਿਰ ਤੋਂ ਬਦਖਲ ਕਰਾ ਦਿੱਤਾ, ਬਾਹਰ ਕੱਢ ਦਿੱਤਾ ਰਾਜਧਾਨੀ ਤੋਂ, ਜੰਗਲ ਦੇ ਵਿੱਚ। ਤੋ ਇਸਤਰੀ ਦੇ ਨਾਲ ਜੰਗਲ ਦੇ ਵਿੱਚ ਚਲੇ ਗਿਆ ਤੇ ਹਦਾਇਤ ਕੀਤੀ ਕੋਈ ਵੀ ਇਹਦੇ ਨਾਲ ਸੰਬੰਧ ਨਾ ਬਣਾਵੇ। ਜੇ ਕੋਈ ਵੀ ਮੇਲ ਜੋਲ ਕਰੇਗਾ ਤਾਂ ਉਹਨੂੰ ਸਜ਼ਾ ਦਿੱਤੀ ਜਾਵੇਗੀ। ਹੁਣ ਰਾਜੇ ਦਾ ਹੁਕਮ। ਤੇ ਲੋਕ ਦੁਤਕਾਰਨ ਲੱਗ ਪਏ, ਪਾਪੀ ਕਹਿਣ ਲੱਗ ਪਏ। ਪਰ ਉਹ ਜੰਗਲ 'ਚ ਜਦੋਂ ਗਿਆ, ਤੁਸੀਂ ਸੋਚੋ ਕਿੰਨਾ ਕਠਿਨ ਜੀਵਨ ਹੋਵੇਗਾ। ਤੇ ਰੱਬ ਤੇ ਆਪੇ ਚੇਤੇ ਰਿਹਾ ਹੋਵੇਗਾ। ਸੰਸਾਰ ਨਾਲੋਂ ਤੇ ਸੰਬੰਧ ਟੁੱਟ ਗਿਆ ਉਹਦਾ, ਪੱਕਾ ਹੈ, ਮੋਹ ਖਤਮ ਹੋ ਗਈ। ਤੇ ਉੱਥੇ ਧਿਆਨ ਕਰਦੇ ਕਰਦੇ ਉਹ ਇਸਤਰੀ ਨਾਲੋਂ ਵੀ ਖਤਮ ਹੋ ਗਿਆ ਹੋਵੇਗਾ। ਤੋ ਆਖਰੀ ਕਦਮ ਤੱਕ ਪਹੁੰਚ ਗਿਆ। ਤੇ ਜਦੋਂ ਨਾਰਾਇਣ ਨੂੰ ਪੁਕਾਰਿਆ ਉਹਨੇ, ਤੇ ਪੂਰੇ ਪ੍ਰਾਣ ਦੇ ਨਾਲ ਪੁਕਾਰ ਦਿੱਤਾ, ਰੋਏ ਰੋਏ 'ਚ ਪੁਕਾਰ ਦਿੱਤਾ, ਭਾਵਨਾ ਨਾਲ ਪੁਕਾਰ ਦਿੱਤਾ। ਤੇ ਉਹਦੀ ਪੁਕਾਰ ਜਿਹੜੀ ਹੈ ਉਹ ਪਹੁੰਚ ਗਈ ਉਹਦੇ ਦਰਬਾਰ ਦੇ ਵਿੱਚ, ਮਨ ਮਿਟ ਗਿਆ। ਤੇ ਕਦੇ ਕਦੇ ਐਸਾ ਹੁੰਦਾ ਹੈ। ਪਰ ਜਿਹਦਾ ਮਨ ਸੰਸਾਰ ਦੇ ਨਾਲ ਜੁੜਿਆ ਹੋਇਆ ਹੈ, ਵਿਚਾਰ ਚੱਲ ਰਹੇ ਹਨ, ਮੋਹ ਮਮਤਾ ਹੈ, ਉਹ ਇੱਕਦਮ ਸਮਾਪਤ ਥੋੜ੍ਹੀ ਹੋ ਜਾਵੇਗੀ ਮਰਨ ਵੇਲੇ। ਇਹੋ ਹੀ ਤੇ ਦੁੱਖ ਹੈ ਮਰਨ ਵੇਲੇ। ਮਰਨ ਦਾ ਦੁੱਖ ਕੀ ਹੈ? ਹੁਣ ਤੁਸੀਂ ਮਰਨਾ ਚਾਹੁੰਦੇ ਹੋ। ਇੱਕ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਹੋਰ, ਜਿਹੜਾ ਮੁਕਤ ਹੋਣ ਵਾਲਾ ਹੋਵੇਗਾ ਨਾ, ਉਹ ਮੌਤ ਤੋਂ ਨਹੀਂ ਡਰੇਗਾ। ਜਿਹੜਾ ਮੌਤ ਤੋਂ ਡਰਦਾ ਹੈ ਨਾ, ਉਹ ਮੁਕਤ ਨਹੀਂ ਹੋਵੇਗਾ ਮਰਨ ਤੋਂ ਬਾਅਦ। ਕਿਉਂਕਿ ਉਹ ਮੌਤ ਤੋਂ ਇਸੇ ਕਰਕੇ ਡਰ ਰਿਹਾ ਹੈ, ਮਰਨਾ ਨਹੀਂ ਚਾਹ ਰਿਹਾ, ਕਿਉਂਕਿ ਸੰਸਾਰ ਉਹਨੂੰ ਚੰਗਾ ਲੱਗਦਾ, ਪਿਆਰਾ ਲੱਗਦਾ, ਮਿੱਠਾ ਲੱਗਦਾ, ਛੱਡਣਾ ਨਹੀਂ ਚਾਹੁੰਦਾ। ਹੁਣ ਜਿਹੜਾ ਛੱਡਣਾ ਨਹੀਂ ਚਾਹੁੰਦਾ, ਮੋਹ ਮਮਤਾ ਤਾਂ ਸੰਸਾਰ 'ਚ ਹੀ ਹੈ ਨਾ, ਤੇ ਇੱਥੇ ਹੀ ਫਸਿਆ ਰਹੇਗਾ। ਤੇ ਜਿਹੜਾ ਸੰਸਾਰ ਦੇ ਨਾਲ ਜੁੜਿਆ ਹੋਇਆ ਹੈ, ਮੋਹ ਮਮਤਾ ਛੱਡਣਾ ਨਹੀਂ ਚਾਹੁੰਦਾ, ਮਰਨਾ ਵੀ ਨਹੀਂ ਨਾ ਚਾਹੁੰਦਾ। ਤੇ ਜਿਹਦੀ ਮੋਹ ਮਮਤਾ ਨਹੀਂ ਹੈ ਸੰਸਾਰ ਦੇ ਵਿੱਚ, ਉਹ ਫਿਰ ਸੰਸਾਰ 'ਚ ਜੀਣਾ ਨਹੀਂ ਚਾਹੁੰਦਾ। ਉਹਦੀ ਚਾਹਤ ਖਤਮ ਹੋ ਜਾਂਦੀ, ਉਹ ਫਿਰ ਮਰਨੋਂ ਨਹੀਂ ਡਰਦਾ। ਤੇ ਇੱਕਦਮ ਵੀ ਸੰਸਾਰ ਵਿੱਚੋਂ ਧਿਆਨ ਨਹੀਂ ਹਟਦਾ ਹੈ। ਇਹ ਦੋਵੇਂ ਵਿਚਾਰਾਂ ਨੂੰ ਫਿਰ ਖਿਆਲ ਵਿੱਚ ਰੱਖੋ। ਪਹਿਲੀ ਤਾਂ ਗੱਲ ਇਹ, ਤੇ ਬਾਹਰ ਮੁਖੀ ਧਾਰਮਿਕ ਲੋਕ ਜਿਵੇਂ ਧਿਆਨ ਲਵਾਉਂਦੇ ਹਨ, ਬਹੁਤ ਜਗ੍ਹਾ 'ਤੇ ਲਵਾਇਆ ਜਾ ਰਿਹਾ ਹੈ। ਕੋਈ ਨਾਦ ਸੁਣਾਉਂਦਾ ਹੈ, ਕੋਈ ਪ੍ਰਕਾਸ਼ ਦਿਖਾਉਂਦਾ ਹੈ, ਉਹਦੇ ਦੇਖਣ ਨਾਲ ਕੁਝ ਵੀ ਨਹੀਂ ਹੁੰਦਾ ਹੈ। ਵੀ ਤੁਹਾਡਾ ਛੇਤੀ ਨਾਲ ਧਿਆਨ ਲੱਗ ਜੂਗਾ, ਸਮਾਧੀ ਲੱਗ ਜੂਗੀ, ਲੱਗ ਵੀ ਸਕਦੀ, ਕਈ ਲਾ ਵੀ ਲੈਂਦੇ ਹਨ। ਬੌਧ ਧਰਮ 'ਚ ਐਸਾ ਬਹੁਤ ਹੁੰਦਾ ਹੈ, ਕਈ ਲਾ ਲੈਂਦੇ ਹਨ ਸਮਾਧੀ, ਪਰ ਸਮਾਧੀ ਲਾਉਣ ਤੋਂ ਬਾਅਦ ਵੀ ਉਹ ਫਸੇ ਹਨ ਸੰਸਾਰ 'ਚ, ਉਲਝੇ ਹਨ ਸੰਸਾਰ 'ਚ, ਕਿਉਂਕਿ ਉਹ ਕਾਲਪਨਿਕ ਹੈ। ਤੇ ਮਨ ਕਾਲਪਨਿਕ ਸਮਾਧੀ ਵੀ ਲਾ ਲੈਂਦਾ ਹੈ। ਮਨ ਕਲਪਨਾ ਕਰ ਜਾਵੇ ਤੇ ਨਿਰਵਿਚਾਰ ਵੀ ਹੋ ਜਾਂਦਾ ਹੈ। ਮਨ ਕਲਪਨਾ ਕਰਕੇ ਸੰਸਾਰ ਨੂੰ ਨਾਸ਼ਵਾਨ ਵੀ ਸਮਝ ਸਕਦਾ ਹੈ, ਸੋਚ ਸੋਚ ਕੇ। ਤੇ ਕੁਛ ਵੀ ਕਲਪਨਾ ਕਰ ਸਕਦਾ ਹੈ ਮਨ, ਉਹੋ ਹੀ ਹੋ ਸਕਦਾ ਹੈ। ਤੇ ਕੁਛ ਚਿਰ ਵਾਸਤੇ ਨਿਰਵਿਚਾਰ ਹੋ ਜਾਣ ਨਾਲ ਕੁਛ ਉਪਲਬਧੀ ਨਹੀਂ ਹੋ ਜਾਂਦੀ। ਛੋਟੇ ਮੋਟੇ ਅਨੁਭਵ ਜਿਹੜੇ ਹਨ, ਉਹ ਮੁਕਤੀ ਨਹੀਂ ਲਿਆਉਂਦੇ ਹਨ। ਹਾਂ, ਮੁਕਤੀ ਦਾ ਰਸਤਾ ਜ਼ਰੂਰ ਖੋਲ੍ਹ ਦਿੰਦੇ ਹਨ, ਜਿਵੇਂ ਮੈਂ ਕਿਹਾ ਹੈ। ਪਰ ਅਗਰ ਵਾਸਤਵਿਕ ਦੇ ਵਿੱਚ ਕੋਈ ਨਿਰਵਿਚਾਰ ਹੋਵੇਗਾ, ਤਾਂ ਉਹਨੂੰ ਜਿਹੜਾ ਅੰਦਰੋਂ ਰਸ ਮਿਲੇਗਾ, ਉਹ ਮੁਕਤੀ ਦੇ ਰਸਤੇ 'ਤੇ ਤੋਰ ਦੇਵੇਗਾ। ਐਸਾ ਜ਼ਰੂਰ ਹੋਵੇਗਾ। ਕਈਆਂ ਨੂੰ ਝਲਕ ਮਿਲੀ ਹੈ, ਤੇ ਜਿਨ੍ਹਾਂ ਨੂੰ ਮਿਲ ਗਈ ਹੈ ਝਲਕ, ਉਹ ਫਿਰ ਵਾਪਸ ਸੰਸਾਰ ਦੇ ਵਿੱਚ ਨਹੀਂ ਜਾਣਗੇ, ਜਾ ਨਹੀਂ ਸਕਦੇ ਹਨ।
ਅਗਰ ਕੋਸ਼ਿਸ਼ ਵੀ ਕਰਨਗੇ ਨਾ ਤੇ ਕਾਮਯਾਬ ਨਹੀਂ ਹੋਣਗੇ, ਕਿਉਂਕਿ ਉਹ ਜਿਹੜੀ ਝਲਕ ਮਿਲੀ ਹੈ ਨਾ ਉਹਨਾਂ ਨੂੰ, ਉਹ ਰਸ ਮਿਲਿਆ ਹੈ ਅੰਦਰ ਦਾ, ਉਹ ਬਾਹਰ ਉਹਨਾਂ ਨੂੰ ਨਹੀਂ ਮਿਲ ਸਕਦਾ। ਇਸ ਕਰਕੇ ਉਹ ਵਾਪਸ ਮੁੜਨਗੇ। ਹਾਂ, ਜਿਨ੍ਹਾਂ ਨੂੰ ਨਹੀਂ ਝਲਕ ਮਿਲੀ ਹੈ ਜੀ, ਨਹੀਂ ਰਸ ਮਿਲਿਆ ਹੈ ਅੰਦਰੋਂ, ਉਹ ਭਟਕ ਸਕਦੇ ਹਨ ਫਿਰ ਸੰਸਾਰ ਵਿੱਚ। ਫਿਰ ਦੂਸਰੀ ਗੱਲ ਇਹ ਹੈ, ਖਿਆਲ ਵਿੱਚ ਰੱਖਣ ਯੋਗ ਹੈ, ਵੀ ਜਿਵੇਂ ਮੈਂ ਕਿਹਾ ਵੀ ਇੱਕਦਮ ਮਨ ਜਿਹੜਾ ਹੈ ਨਾ ਉਹ ਸੰਸਾਰ ਵਿੱਚੋਂ ਛੁੱਟਦਾ ਨਹੀਂ, ਇੱਕਦਮ ਧਿਆਨ ਹਟਦਾ ਨਹੀਂ, ਸਮੇਂ ਲੱਗਦਾ, ਵਕਤ ਲੱਗੇਗਾ। ਦੇਖੋ ਤੁਸੀਂ ਕਿੰਨਾ ਕਿੰਨਾ ਸਮਾਂ ਸਾਧਕਾਂ ਨੇ ਲਾਇਆ ਹੈ, ਜੰਗਲਾਂ ਦੇ ਵਿੱਚ ਰਹੇ ਹਨ। ਗੁਰੂ ਤੇਗ ਬਹਾਦਰ ਸਾਹਿਬ 26 ਸਾਲ ਤੋਂ ਉੱਪਰ ਧਿਆਨ ਕਰਦੇ ਰਹੇ। ਤੁਸੀਂ ਗ੍ਰਸਤ ਦੇ ਵਿੱਚ ਰਹਿ ਰਹੇ ਹੋ, ਪਰਿਵਾਰ 'ਚ ਰਹਿ ਰਹੇ ਹੋ, ਸੰਸਾਰ 'ਚ ਰਹਿ ਰਹੇ ਹੋ। ਫਿਰ ਜਦੋਂ ਤੁਸੀਂ ਧਿਆਨ ਛੱਡੋਗੇ ਸੰਸਾਰ ਵੱਲੋਂ, ਤੇ ਤੁਹਾਨੂੰ ਵੀ ਤਪੱਸਿਆ ਤੇ ਕਰਨੀ ਹੋਵੇਗੀ ਨਾ। ਸਖਾਲਾ ਥੋੜ੍ਹੀ ਹੈ ਧਿਆਨ ਹਟਾਉਣਾ, ਸਾਧਨਾ ਤੇ ਕਰਨੀ ਹੋਵੇਗੀ ਨਾ। ਤੇ ਜਦੋਂ ਤੁਸੀਂ ਧਿਆਨ ਹਟਾਓਗੇ ਸੰਸਾਰ ਵੱਲੋਂ, ਤੇ ਸੰਸਾਰ ਦੇ ਵਿੱਚ ਤੁਹਾਡਾ ਚਿੱਤ ਨਹੀਂ ਲੱਗੇਗਾ, ਉਦਾਸੀ ਆਵੇਗੀ, ਨਿਰਾਸ਼ਾ ਹੋਵੇਗੀ, ਵੈਰਾਗ ਆਵੇਗਾ, ਬੇਚੈਨੀ ਹੋਵੇਗੀ, ਤੇ ਬਹੁਤੇ ਘਬਰਾ ਜਾਂਦੇ ਹਨ। ਅੱਜ ਹੀ ਇੱਕ ਹੋਰ ਨੌਜਵਾਨ ਦਾ ਟੈਲੀਫੋਨ ਆਇਆ ਸੀ। ਉਹ ਕਹਿੰਦਾ ਵੀ ਮੇਰਾ ਹੁਣ ਸੰਸਾਰ ਦੇ ਵਿੱਚ ਬਹੁਤਾ ਚਿੱਤ ਨਹੀਂ ਕਰਦਾ ਹੈ ਕੰਮ ਕਰਨ ਨੂੰ, ਦਿਲ ਨਹੀਂ ਕਰਦਾ ਹੈ ਕੰਮ ਕਰਨ ਨੂੰ। ਮੈਂ ਕਿਹਾ ਵੀ ਠੀਕ ਹੈ, ਵਧੀਆ, ਪਰ ਇਹਦੇ ਨਾਲ ਉਦਾਸੀ ਬਣੇਗੀ, ਨਿਰਾਸ਼ਾ ਬਣੇਗੀ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ, ਜਿਹੜੇ ਵਾਸਤਵਿਕ ਦੇ ਵਿੱਚ ਚੱਲ ਰਹੇ ਹਨ, ਸੁਣ ਰਹੇ ਹਨ। ਤੇ ਜਦੋਂ ਧਿਆਨ ਤੁਹਾਡਾ ਸੰਸਾਰ ਵੱਲੋਂ ਹਟਦਾ ਹੈ, ਕਈਆਂ ਦਾ ਹਟ ਰਿਹਾ ਹੈ, ਤੇ ਸੰਸਾਰ ਵੱਲੋਂ ਤੇ ਹਟ ਰਿਹਾ, ਸੰਸਾਰ ਵਿੱਚ ਚਿੱਤ ਨਹੀਂ ਲੱਗ ਰਿਹਾ, ਤੇ ਦੂਸਰਾ ਪੱਖ ਵੀ ਅਜੇ ਨਹੀਂ ਮਿਲਿਆ ਹੈ। ਇਹਨੂੰ ਹੀ ਕਹਿੰਦੇ ਹਨ ਵੈਰਾਗ, ਇਹਨੂੰ ਕਹਿੰਦੇ ਹਨ ਬਿਰਹਾ। ਪਰ ਇਹ ਜਿਹੜਾ ਬਿਰਹਾ ਹੈ ਨਾ, ਇਹ ਪ੍ਰਭੂ ਦੀ ਕਿਰਪਾ ਹੈ। ਅਗਰ ਕੋਈ ਇਹਨੂੰ ਸਹਾਰ ਲਵੇ, ਇਹਨੂੰ ਸਹਾਰਨਾ ਬੜਾ ਔਖਾ ਹੈ, ਇਸ ਵੈਰਾਗ ਨੂੰ, ਇਸ ਉਦਾਸੀ ਨੂੰ, ਇਸ ਬੇਚੈਨੀ ਨੂੰ। ਜਿਵੇਂ ਕਹਿੰਦੇ ਨਾ ਲੂਣੀ ਸਿਲ ਚੱਟਣ ਵਾਲੀ ਗੱਲ ਹੈ। ਹੁਣ ਧਿਆਨ ਸੰਸਾਰ ਵੱਲੋਂ ਹਟ ਰਿਹਾ ਹੈ, ਦੂਸਰਾ ਪੱਖ ਅਜੇ ਮਿਲਿਆ ਨਹੀਂ, ਦਿਖਿਆ ਵੀ ਨਹੀਂ ਹੈ, ਪਤਾ ਵੀ ਨਹੀਂ ਲੱਗਾ ਹੈ, ਤੇ ਆਦਮੀ ਬੜਾ ਬੇਚੈਨ ਹੋ ਜਾਂਦਾ ਹੈ। ਕੀ ਬਣੂਗਾ ਮੇਰਾ? ਇਹ ਨਾ ਹੋਵੇ ਵੀ ਸੰਸਾਰ ਵੀ ਛੁੱਟ ਜਾਵੇ, ਦੂਸਰਾ ਪੱਖ ਨਾ ਮਿਲੇ। ਤੇ ਇਹ ਬੜੀ ਬੇਚੈਨੀ ਵਾਲੀ ਦਸ਼ਾ ਹੁੰਦੀ ਹੈ, ਆਦਮੀ ਉਦਾਸ ਰਹਿੰਦਾ ਹੈ। ਤੇ ਦੂਸਰੇ ਧਾਰਮਿਕ ਲੋਕ ਸਮਝਾਉਂਦੇ ਵੀ ਹਨ ਵੀ ਤੂੰ ਗਲਤ ਰਸਤੇ ਤੇ ਜਾ ਰਿਹਾ, ਤਾਂ ਤੂੰ ਉਦਾਸ ਹੈ, ਆ ਜਾ ਤੂੰ ਫਿਰ ਸੰਸਾਰ ਵਿੱਚ ਲੱਗ, ਸੰਸਾਰ ਵੱਲ ਛੱਡ ਪਰਾਂ, ਜੀਵਨ ਆਪਣਾ ਐਵੇਂ ਉਦਾਸ ਕਰੀ ਬੈਠਾ ਹਾਂ, ਪਰੇਸ਼ਾਨ ਹੋ ਰਿਹਾ। ਤੇ ਕਈ ਲੱਗ ਵੀ ਜਾਂਦੇ ਹਨ ਸੰਸਾਰ ਵੱਲ, ਫਿਰ ਵਾਪਸ ਵੀ ਮੁੜ ਜਾਂਦੇ ਆ। ਪਰ ਜਿਹਨੂੰ ਤੇ ਅੰਦਰੋਂ ਰਸ ਆ ਜੇ ਆਵੇ, ਉਹ ਤੇ ਨਹੀਂ ਮੁੜਦਾ ਹੈ। ਜਿਹਨੂੰ ਨਹੀਂ ਰਸ ਆਇਆ ਹੈ, ਉਹ ਕਈ ਵਾਰ ਫਿਰ ਸੰਸਾਰ ਵੱਲ ਮੁੜ ਜਾਂਦਾ ਹੈ। ਕਹਿੰਦਾ ਇਹਦੇ ਨਾਲੋਂ ਚੰਗਾ ਤੇ ਸੰਸਾਰ ਦੇ ਵਿੱਚ ਹੀ ਚਲੋ ਉਲਝੇ ਹੋਏ ਸੀ, ਇੰਨੀ ਪਰੇਸ਼ਾਨੀ ਨੇ ਤੇ ਨਹੀਂ ਸੀ ਨਾ, ਇੱਕ ਪਾਸੇ ਹੀ ਲੱਗੇ ਹੋਏ ਸੀ, ਸੋਚੀ ਜਾਂਦੇ ਸੰਸਾਰ ਵੱਲ। ਪਰ ਇਹ ਤੇ ਜ਼ਿਆਦਾ ਉਲਝਣ ਹੋ ਗਈ, ਜ਼ਿਆਦਾ ਪਰੇਸ਼ਾਨੀ ਹੋ ਗਈ। ਕਈ ਵਾਰ ਬੜੀ ਬੇਚੈਨੀ ਹੁੰਦੀ ਹੈ, ਬੜੀ ਤੜਫ ਹੁੰਦੀ ਹੈ, ਬੜਾ ਵੈਰਾਗ, ਬੜਾ ਰੋਣਾ ਆਉਂਦਾ। ਤੇ ਵਾਸਤਵਿਕ ਹੈ, ਇਹੋ ਹੀ ਸਾਧਨਾ ਹੈ। ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ 'ਚ ਰਹਿੰਦਿਆਂ, ਤਪੱਸਿਆ, ਇਹੋ ਹੀ ਤਪੱਸਿਆ ਹੈ। ਫਿਰ ਸਾਰਿਆਂ ਦੀਆਂ ਗੱਲਾਂ ਸੁਣਨੀਆਂ ਵੀ ਕੁਛ ਕਮਾਉਂਦਾ ਨਹੀਂ ਹੈ, ਕੁਛ ਕਰਦਾ ਨਹੀਂ ਹੈ, ਕੁਛ ਖੱਟਦਾ ਨਹੀਂ ਹੈ, ਤੇ ਹੰਕਾਰ ਤੇ ਚੋਟ ਲੱਗਦੀ ਹੈ। ਉਹਨਾਂ ਦੀਆਂ ਗੱਲਾਂ ਵੀ ਸਹਾਰਨੀਆਂ, ਤਾਨੇ ਮਿਹਣੇ ਵੀ ਸਹਾਰਨੇ,
ਇੱਦਾਂ ਹੀ ਰਹੇ ਸਨ ਨਾ ਭਗਤ, ਜਿਨ੍ਹਾਂ ਨੂੰ ਤੁਸੀਂ ਭਗਤ ਕਹਿੰਦੇ ਹੋ, ਭਗਤੀ ਕੀਤੀ ਹੈ ਜਿਨ੍ਹਾਂ ਨੇ। ਤੇ ਉਹਨਾਂ ਦਾ ਨਾਂ ਤੁਸੀਂ ਐਵੇਂ ਥੋੜ੍ਹੀ ਲੈਂਦੇ ਹੋ। ਬਹੁਤ ਕਠਿਨ ਰਿਹਾ ਹੋਵੇਗਾ ਗ੍ਰਸਤ ਮਾਰਗ ਦੇ ਵਿੱਚ ਰਹਿੰਦਿਆਂ ਹੋ। ਫਿਰ ਜਦੋਂ ਤੁਸੀਂ ਸੰਸਾਰ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਹੋ ਤਾਂ ਸੰਸਾਰੀ ਲੋਕ ਵੀ ਤੁਹਾਡੇ ਤੋਂ ਪਿੱਛੇ ਹਟਣਾ ਸ਼ੁਰੂ ਹੋ ਜਾਂਦੇ ਹਨ ਵੀ ਇਹ ਆਪਣੇ ਕੰਮ ਦਾ ਨਹੀਂ ਰਿਹਾ। ਤਾਂ ਬਹੁਤ ਸਮੱਸਿਆਵਾਂ ਆਉਂਦੀਆਂ ਹਨ। ਅਗਰ ਆਦਮੀ ਇਹਨਾਂ ਸਮੱਸਿਆਵਾਂ ਤੋਂ ਡਰ ਜਾਵੇ ਤੇ ਫਿਰ ਕਈ ਵਾਰ ਸੰਸਾਰ 'ਚ ਵੜ ਜਾਂਦਾ ਹੈ। ਤੇ ਜੇ ਕੋਸ਼ਿਸ਼ ਕਰਦਾ ਰਹੇ ਵੀ ਹੁਣ ਨਿਕਲਣਾ ਹੀ ਨਿਕਲਣਾ ਹੈ, ਭਾਵੇਂ ਜਿੰਨੀਆਂ ਮਰਜ਼ੀ ਸਮੱਸਿਆਵਾਂ ਆ ਜਾਣ, ਭਾਈ ਮਨ ਜਾਂਗੂ ਕੋਈ ਠਾਣ ਹੀ ਲਵੇ ਵੀ ਹੁਣ ਜਾਣਾ ਹੀ ਹੈ ਉਸ ਪਾਸ। ਇਹ ਜਨਮ ਤੁਮਾਰੇ ਲੇਖੇ ਸੋਚ ਹੀ ਲਿਆ, ਹੁਣ ਉਹਦੇ ਲੇਖੇ ਲਾਉਣਾ ਹੈ। ਹੁਣ ਦੁਨੀਆ 'ਚ ਜੋ ਮਰਜ਼ੀ ਹੋ ਜਾਵੇ, ਮਿਲੇ ਨਾ ਮਿਲੇ, ਸੰਸਾਰ ਦੇ ਲੋਕ ਸਾਰੇ ਹੀ ਨਿਰਾਸ਼ ਹੋ ਜਾਣ, ਕੋਈ ਪਰਵਾਹ ਨਹੀਂ। ਤੇ ਜਿਹੜਾ ਸਾਹਸ ਜਿਹਦੇ ਅੰਦਰ ਹੈ, ਹਿੰਮਤ ਹੈ, ਦਰਅਸਲ ਇਹ ਜਿਹੜਾ ਸਤਸੰਗ ਵੀ ਹੈ ਨਾ, ਇਹ ਤੁਹਾਨੂੰ ਸਾਹਸ ਬਣਾਉਂਦਾ ਹੈ, ਹਿੰਮਤ ਦਿੰਦਾ ਹੈ। ਜਦੋਂ ਤੁਸੀਂ ਰੋਜ਼ ਰੋਜ਼ ਸੁਣਦੇ ਹੋ ਨਾ ਸਤਸੰਗ, ਸਤ ਦੀ ਆਵਾਜ਼, ਸਤ ਦਾ ਸੰਦੇਸ਼, ਤੇ ਸਤ ਵੱਲ ਨੂੰ ਤੁਸੀਂ ਹੌਲੀ ਹੌਲੀ ਖਿਆਲ ਕਰਦੇ ਹੋ। ਕਈ ਵਾਰ ਆਦਮੀ ਫਿਰ ਝੂਠ ਵੱਲੋਂ ਚਲੇ ਜਾਂਦਾ ਹੈ, ਫਿਰ ਗੱਲ ਸੁਣ ਕੇ ਫਿਰ ਮੁੜਦਾ ਹੈ, ਆਪਣੇ ਮਨ ਨੂੰ ਸਮਝਾਉਂਦਾ ਹੈ ਵੀ ਕਿੱਧਰ ਫਸ ਰਿਹਾ। ਸਤਸੰਗ ਦਾ ਇਹੋ ਹੀ ਅਸਰ ਹੈ ਨਾ। ਸਤਸੰਗ ਵਾਸਤਵਿਕ ਦੇ ਵਿੱਚ ਤੁਸੀਂ ਕਰਦੇ ਰਹੇ, ਝੂਠ ਦੇ ਸੰਗ ਤੋਂ ਮੁਕਤ ਹੋਵੋਗੇ, ਕਦੇ ਨਾ ਕਦੇ ਤੇ ਹੋਵੋਗੇ। ਸੱਤ ਦਾ ਸੰਗ ਤੁਹਾਨੂੰ ਖਿੱਚੇਗਾ ਆਪਣੇ ਵੱਲ ਨੂੰ, ਸੱਤ ਦਾ ਸੰਗ ਸੱਤ ਵੱਲ ਨੂੰ ਖਿੱਚੇਗਾ, ਖਿੱਚ ਹੀ ਰਿਹਾ। ਤੇ ਅਗਰ ਤੁਸੀਂ ਝੂਠ ਤੋਂ ਪ੍ਰਭਾਵਿਤ ਨਾ ਹੋਏ, ਸਾਹਸ ਰੱਖਿਆ ਵੀ ਜੋ ਮਰਜ਼ੀ ਕਹੀ ਜਾਣ, ਜੋ ਮਰਜ਼ੀ ਹੋਈ ਜਾਵੇ, ਜਿੰਨੀ ਮਰਜ਼ੀ ਬੇਚੈਨੀ ਹੋਵੇ, ਤੇ ਬਹੁਤ ਕਠਿਨ ਹੋਵੇਗਾ ਇਹ ਤਪੱਸਿਆ ਕਰਨੀ। ਸੰਸਾਰ ਦੇ ਵਿੱਚ ਰਹਿੰਦੇ ਹਾਂ, ਗ੍ਰਸਤ 'ਚ ਪਰਿਵਾਰ 'ਚ ਰਹਿੰਦੇ ਹਾਂ, ਸੰਸਾਰ ਤੋਂ ਮੁਕਤ ਹੋਣਾ ਸੁਖਾਲਾ ਨਹੀਂ ਹੈ। ਹਾਂ, ਜਿਵੇਂ ਧਾਰਮਿਕ ਲੋਕ ਦੱਸਦੇ ਹਨ, ਕੋਈ ਧਿਆਨ ਲਾ ਲੈਂਦਾ ਹੈ, ਕੋਈ ਕਿਤੇ ਸ਼ਿਵਰ 'ਤੇ ਚਲੇ ਜਾਂਦਾ 10-5 ਦਿਨ, ਕੋਈ ਕਿਤੇ ਦਿਹਾੜੀ 2 ਦਿਹਾੜੀ ਚਲੇ ਜਾਂਦਾ, ਕੁਛ ਚਿਰ ਸਾਧਨਾ ਕਰ ਲੈਂਦੇ, ਕੋਈ ਨਾਮ ਜਪੀ ਜਾਂਦੇ, ਉਹ ਸੁਖਾਲਾ ਹੈ। ਕਿਉਂਕਿ ਉਹਦੇ ਨਾਲ ਧਿਆਨ ਪੂਰਾ ਹਟਾਉਣਾ ਨਹੀਂ ਹੈ ਨਾ ਸੰਸਾਰ 'ਚ। ਉਹ ਕਹਿ ਥੋੜ੍ਹੀ ਰਹੇ ਹਨ ਸੰਸਾਰ ਮਿਥਿਆ ਹੈ, ਝੂਠ ਹੈ, ਸੱਤ ਹੈ, ਇਹਨੂੰ ਛੱਡਣਾ। ਉਹ ਤਾਂ ਕਹਿੰਦੇ ਹਨ ਬਸ ਇੱਦਾਂ ਧਿਆਨ ਲਾ ਲਓ ਤੇ ਗੁਰੂ ਨੂੰ ਯਾਦ ਕਰੀ ਜਾਓ, ਧੂਫਾਂ ਦਿਖਾਈ ਜਾਓ ਤੇ ਫੁੱਲ ਚੜਾਈ ਜਾਓ, ਆਰਤੀਆਂ ਕਰੀ ਜਾਓ, ਗੁਰੂ ਤੁਹਾਨੂੰ ਮੁਕਤ ਕਰੂਗਾ। ਪਰ ਮੈਂ ਨਹੀਂ ਇੱਦਾਂ ਕਹਿਣਾ, ਖਿਆਲ ਵਿੱਚ ਰੱਖੋ। ਮੈਂ ਕਹਿਣਾ ਹਾਂ ਵੀ ਤੁਸੀਂ ਜੀਂਦੇ ਜੀ ਮੁਕਤ ਹੋ ਸਕਦੇ ਹੋ। ਜਿਹੜਾ ਤੁਹਾਨੂੰ ਕਹਿੰਦਾ ਹੈ ਨਾ ਵੀ ਮਰਨ ਤੋਂ ਬਾਅਦ ਮੁਕਤੀ ਮਿਲੇਗੀ, ਉਹਦਾ ਗਲ ਫੜੋ ਉਸੇ ਵੇਲੇ। ਉਹਨੂੰ ਕਹੋ ਹੁਣੇ ਮੁਕਤੀ ਦੇ, ਮਰਨ ਤੋਂ ਬਾਅਦ ਮੈਨੂੰ ਕੀ ਪਤਾ ਮੁਕਤ ਹੋਣਾ ਕਿ ਨਹੀਂ ਹੋਣਾ, ਮੈਂ ਤਾਂ ਜੀਂਦੇ ਜੀ ਮੁਕਤ ਹੋਣਾ। ਜੇ ਨਾਮਦੇਵ ਨੇ ਕਿਹਾ ਹੈ ਨਾ, ਜੀਵਤ ਮੁਕਤ ਨਾ ਦਿਓ, ਮੁਕਤ ਨਾ ਜਾਣੇ ਕੋਇਲ, ਕਹਿੰਦਾ ਜੀਵਤ ਲਓ ਮੁਕਤ ਨਾ ਦਿਓਗੇ। ਅਗਰ ਤੁਸੀਂ ਜੀਂਦੇ ਜੀ ਮੁਕਤ ਨਾ ਦਿਓਗੇ ਤਾਂ ਮੈਂ ਮੁਕਤੀ ਨੂੰ ਕਿਉਂ ਜਾਣਾ। ਜੀਂਦੇ ਜੀ ਮੁਕਤ ਹੋਣਾ ਤੇ ਵਾਸਤਵਿਕ ਜੀਂਦੇ ਜੀ ਹੁੰਦੀ ਹੈ ਮੁਕਤੀ। ਮਰਨ ਤੋਂ ਬਾਅਦ ਥੋੜ੍ਹੀ, ਮਰਨ ਸਰੀਰ ਮਰਦਾ ਹੈ ਤੇ ਸਰੀਰ ਨਾਲ ਕਿਆ ਲੈਣਾ ਦੇਣਾ। ਸਰੀਰ ਤੇ ਤੁਸੀਂ ਜੀਂਦੇ ਜੀ ਵੀ ਛੱਡ ਸਕਦੇ ਹੋ ਤੇ ਮਰਨ ਵੇਲੇ ਤੇ ਛੁੱਟ ਹੀ ਜਾਣਾ ਹੈ, ਤਾਂ ਉਦੋਂ ਮੁਕਤੀ ਨਹੀਂ ਹੁੰਦੀ। ਖਿਆਲ ਵਿੱਚ ਰੱਖਿਓ, ਇਹ ਜੀਂਦੇ ਜੀ ਮੁਕਤ ਹੁੰਦਾ ਹੈ ਆਦਮੀ। ਤੇ ਹੋ ਸਕਦਾ ਹੈ ਅਗਰ ਤੁਸੀਂ ਖਿਆਲ ਰੱਖੋ, ਹੌਲੀ ਹੌਲੀ ਧਿਆਨ ਹਟਾਉਂਦੇ ਰਹੋ, ਸਮਾਂ ਲੱਗੇਗਾ, ਕਾਹਲੀ ਨਾ ਕਰੋ। ਅਗਰ ਤੁਸੀਂ ਕੱਛੂ ਦੇ ਚਾਲ ਵੀ ਚੱਲਦੇ ਰਹੇ ਨਾ ਤਾਂ ਵੀ ਤੁਸੀਂ ਪਹੁੰਚੋਗੇ। ਛੇਤੀ ਨਾ ਕਰੋ। ਆਦਮੀ ਬੜੀ ਕਾਹਲੀ 'ਚ ਹੁੰਦਾ ਹੈ ਵੀ ਫਟਾਫਟ ਮੇਰਾ ਧਿਆਨ ਇਕਾਗਰ ਹੋ ਜਾਵੇ,
ਫਟਾਫਟ ਮੈਂ ਮੁਕਤ ਹੋ ਜਾਵਾਂ, ਸੰਸਾਰ ਤੋਂ ਛੁੱਟ ਜਾਵਾਂ। ਜਿੰਨਾ ਛੇਤੀ ਕਰੋਗੇ ਨਾ ਉਨੀ ਦੇਰ ਹੋਵੇਗੀ। ਇਹ ਸਹਿਜ ਦੇ ਨਾਲ ਹੋਵੇਗਾ। ਸਹਿਜ ਸੁਭਾਅ ਹੈ, ਸੁਭਾਏ ਹੋਵੇ ਸੋ ਹੋਵੇ, ਸਹਿਜ। ਤੇ ਹੌਲੀ ਹੌਲੀ ਧਿਆਨ ਹਟਾਓ ਸੰਸਾਰ ਵੱਲ। ਤੇ ਧਿਆਨ ਹਟਾਉਣ ਵਾਸਤੇ ਰੋਜ਼ ਕਿਹਾ ਜਾ ਰਿਹਾ ਹੈ। ਸਤਸੰਗ ਦਾ ਅਰਥ ਇਹੋ ਹੀ ਹੈ ਵੀ ਅਗਰ ਤੁਸੀਂ ਕਰਦੇ ਰਹੇ ਨਾ ਤੇ ਤੁਹਾਡਾ ਧਿਆਨ ਹੌਲੀ 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 ਝੂਠ ਦੇ ਸੰਗ ਤੋਂ ਹਟੇਗਾ। ਰੋਜ਼ ਰੋਜ਼ ਜਿਵੇਂ ਡੋਜ਼ ਮਿਲਦੀ ਹੈ, ਕਿਸੇ ਨੂੰ ਖੁਰਾਕ ਮਿਲਦੀ, ਤੇ ਥੋੜ੍ਹੀ ਥੋੜ੍ਹੀ ਬਿਮਾਰੀ ਹਟੇਗੀ। ਹਾਂ, ਕਿਸੇ ਦੀ ਜ਼ਿਆਦਾ ਥੋੜ੍ਹੀ ਹਟੇਗੀ। ਜ਼ਿਆਦਾ ਬਿਮਾਰ ਹੈ, ਕੋਈ ਘੱਟ ਬਿਮਾਰ ਹੋ ਛੇਤੀ ਠੀਕ ਹੋ ਜਾਵੇਗਾ। ਜਿੰਨਾ ਧਿਆਨ ਜ਼ਿਆਦਾ ਲੱਗਾ ਸੰਸਾਰ ਦੇ ਵਿੱਚ ਉਨਾ ਟਾਈਮ ਲੱਗੇਗਾ, ਪਰ ਹਟਾਉਣਾ ਤੁਹਾਨੂੰ ਪਵੇਗਾ। ਤੇ ਮਨ ਹੌਲੀ ਹੌਲੀ ਸੰਸਾਰ 'ਚ ਫਸਦਾ ਹੈ ਤੇ ਹੌਲੀ ਹੌਲੀ ਨਿਕਲੇਗਾ। ਸਹਿਜ ਪੱਕੇ ਸੋ ਮੀਠਾ ਹੋਵੇ, ਕਾਹਲੀ ਨਹੀਂ ਕਰਨੀ। ਇਸੇ ਕਰਕੇ ਮੈਂ ਕਹਿੰਦਾ ਨਹੀਂ ਹਾਂ ਵੀ ਫਟਾਫਟ ਤੁਸੀਂ ਧਿਆਨ ਲਾ ਲਓਗੇ ਜਾਂ ਧਿਆਨ ਲਾਓ ਇਸ ਢੰਗ ਦੇ ਨਾਲ। ਇੱਦਾਂ ਤੇ ਧਿਆਨ ਲਾ ਰਹੇ ਹਨ ਲੋਕ, ਮੈਂ ਕੋਈ ਦੱਸਦਾ ਹੀ ਨਹੀਂ ਹਾਂ ਵੀ ਸਵੇਰੇ ਘੰਟਾ ਬੈਠ ਕੇ ਅੱਖਾਂ ਮੀਟ ਕੇ ਧਿਆਨ ਲਾਓ, ਸ਼ਾਮੀ ਘੰਟਾ। ਘੰਟੇ ਨਾਲ ਕੀ ਹੋਣਾ? ਘੰਟੇ ਨਾਲ ਕੋਈ ਧਿਆਨ ਥੋੜ੍ਹੀ ਲੱਗ ਜਾਵੇਗਾ। ਇਹ ਤੇ 8 ਪਹਿਰ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਤ। ਇਹ 8 ਪਹਿਰ ਤੁਹਾਨੂੰ ਧਿਆਨ ਰੱਖਣਾ ਪਵੇਗਾ, ਸੰਸਾਰ ਵਿੱਚ ਨਹੀਂ ਵੜਨਾ ਹੈ। ਸੋਚਣਾ ਨਹੀਂ ਸੰਸਾਰ ਵੱਲ ਜ਼ਿਆਦਾ। ਉਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੇ ਚਿਤਾਰੇ। ਖਿਆਲ ਰੱਖੇ ਮਨ, ਚੇਤਾ ਰੱਖਣਾ ਹੈ ਵੀ ਇਹ ਜੋ ਦਿਖ ਰਿਹਾ ਸਭ ਝੂਠ ਹੈ, ਅਸੱਤ ਹੈ। ਇਹਦੀ ਜ਼ਿਆਦਾ ਵਿਚਾਰ ਨਹੀਂ ਕਰਨੀ ਹੈ, ਹਰ ਵਕਤ ਖਿਆਲ ਰੱਖਣਾ। ਅੱਗੇ ਦੀ ਸੋਚਣੀ ਨਹੀਂ ਹੈ, ਬਹੁਤੀ ਭਵਿੱਖ ਦੀ, ਬਹੁਤੀ ਪਰਿਵਾਰ ਦੀ ਨਹੀਂ ਸੋਚਣੀ। ਪਰਮਾਤਮਾ ਦੇ ਹੀ ਰਿਹਾ ਹੈ, ਜਿਨ੍ਹਾਂ ਨੇ ਪੈਦਾ ਕੀਤੇ ਹਨ ਇਹ ਪਰਿਵਾਰ, ਇਹ ਬੱਚੇ, ਉਹ ਦੇਵੇਗਾ ਹੀ। ਤੁਸੀਂ ਕੋਈ ਚਿੰਤਾ ਲੈਂਦੇ ਹੋ? ਨਾਲੇ ਬਾਣੀ ਵੀ ਪੜ੍ਹਦੇ ਹੋ, ਚਿੰਤਾ ਤੇ ਸੀ ਚਿੰਤਾ ਤਾਂ ਕੀ ਮਤ ਕਰੋ। ਜਦੋਂ ਉਹਨੂੰ ਚਿੰਤਾ ਹੀ ਹੈ ਫਿਰ ਤੁਸੀਂ ਕਾਹਨੂੰ ਚਿੰਤਾ ਕਰਦੇ? ਉਹਦੇ ਤੇ ਛੱਡੋ। ਤੇ ਉਹ ਦੇ ਹੀ ਰਿਹਾ ਹੈ। ਭਵਿੱਖ ਦੀ ਚਿੰਤਾ ਨਾ ਕਰੋ ਜ਼ਿਆਦਾ। ਤੇ ਸੰਸਾਰ ਵੱਲੋਂ ਖਿਆਲ ਥੋੜ੍ਹਾ ਥੋੜ੍ਹਾ ਹਟਾਈ ਜਾਓਗੇ ਤੁਸੀਂ ਨਾ, ਥੋੜ੍ਹਾ ਥੋੜ੍ਹਾ ਹਟੇਗਾ। ਪਹਿਲਾਂ ਭਵਿੱਖ ਦਾ ਹਟੇਗਾ, ਹੌਲੀ ਹੌਲੀ ਭਵਿੱਖ ਦੀ ਨਾ ਸੋਚੋਗੇ। ਫਿਰ ਸਮੱਸਿਆਵਾਂ ਆਉਂਦੀਆਂ ਹਨ ਪਰਿਵਾਰ ਦੇ ਵਿੱਚ, ਘਰ ਦੇ ਵਿੱਚ, ਸਮਾਜਿਕ ਸਮੱਸਿਆਵਾਂ ਆਉਣਗੀਆਂ। ਤੇ ਹੌਲੀ ਹੌਲੀ ਅਗਰ ਤੁਸੀਂ ਸਾਰੀਆਂ ਸਮੱਸਿਆਵਾਂ ਨੂੰ ਬਾਹਰ ਹੀ ਰੱਖੀ, ਆਪਣੇ ਅੰਦਰ ਨਾ ਵਾੜੋ। ਇੱਕ ਉਹ ਝੂਠ ਦੇ ਵਿੱਚ ਸਮੱਸਿਆ ਪੈਦਾ ਹੋ ਰਹੀਆਂ ਤੇ ਝੂਠ ਦੇ ਵਿੱਚ ਸਮਾਪਤ ਹੋ ਜਾਣੀਆਂ। ਆਪਾਂ ਨੂੰ ਕਿਆ ਲੈਣਾ ਦੇਣਾ? ਕਿਸੇ ਸਮੱਸਿਆ ਦੇ ਨਾਲ ਵੀ ਨਾ ਜੁੜੋ ਤੇ ਬਾਹਰੋਂ ਧਿਆਨ ਹਟਾਉਂਦੇ ਰਹੋ। ਜਦੋਂ ਧਿਆਨ ਆਪਣੇ ਆਪ ਹੀ ਹਟ ਗਿਆ ਨਾ ਤੇ ਮਨ ਨਿਰਮਲ ਹੋ ਜਾਣਾ, ਖਾਲਿਸ਼ ਹੋ ਜਾਣਾ, ਸ਼ੁੱਧ। ਧਿਆਨ ਆਪਣੇ ਆਪ ਹੀ ਲੱਗੇਗਾ। ਫਿਰ ਧਿਆਨ ਲਾਉਣਾ ਨਹੀਂ ਪੈਂਦਾ। ਫਿਰ ਤੁਸੀਂ ਸੰਸਾਰ 'ਚ ਵੀ ਵਿਚਰੋਗੇ ਤੇ ਧਿਆਨ ਲੱਗਾ ਹੋਵੇਗਾ। ਧਿਆਨ ਪੂਰਕ ਆਦਮੀ ਸੰਸਾਰ ਦੇ ਵਿੱਚ ਫਿਰ ਵਿਚਰਦਾ ਹੈ ਨਾ, ਜਿਹੜਾ ਜਾਗਰਤ ਪੁਰਸ਼, ਤਾਂ ਉਹ ਫਿਰ ਸੰਸਾਰ ਦੇ ਵਿੱਚ ਵੈਸੇ ਹੀ ਵਿਚਰਦਾ ਹੈ ਜੈਸੇ ਕਮਲ ਫੁੱਲ ਹੁੰਦਾ ਹੈ, ਪਾਣੀ ਦੇ ਉੱਪਰ ਸਪਰਸ਼ ਨਹੀਂ ਕਰਦਾ। ਸੰਸਾਰ ਦੇ ਵਿੱਚ ਰਹਿੰਦਾ ਹੋਇਆ ਸੰਸਾਰ ਨੂੰ ਸਪਰਸ਼ ਨਹੀਂ ਕਰਦਾ। ਉਹੋ ਹੀ ਹੈ ਸੰਸਾਰ ਤੋਂ ਮੁਕਤ। ਭਾਵ ਕਿ ਸਥੂਲ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਸਥੂਲ ਤੋਂ ਮੁਕਤ ਹੁੰਦਾ ਹੈ, ਸਥੂਲ ਦੇ ਨਾਲ ਸਪਰਸ਼ ਨਹੀਂ ਕਰਦਾ ਹੈ। ਆਪਣੀ ਚੇਤਨਾ ਜਿਹੜੀ ਹੈ ਨਾ, ਉਹ ਸਥੂਲ ਦੇ ਨਾਲ ਸਪਰਸ਼ ਨਹੀਂ ਕਰਦੀ। ਚੇਤਨਾ ਸਥੂਲ ਦੇ ਨਾਲ ਮਿਲ ਨਹੀਂ ਸਕਦੀ, ਅਟੈਚ ਨਹੀਂ ਹੋ ਸਕਦੀ, ਜੋੜ ਨਹੀਂ ਸਕਦੀ। ਤੁਸੀਂ ਸਥੂਲ ਦੇ ਨਾਲ ਜੋੜ ਰਹੇ ਹੋ ਮਨ ਦੁਆਰਾ ਆਪਣੀ ਚੇਤਨਾ ਨੂੰ, ਕੋਸ਼ਿਸ਼ ਕਰਦੇ ਹੋ, ਜੋੜ ਰਹੀ ਨਹੀਂ ਹੈ। ਤੇ ਕੋਸ਼ਿਸ਼ ਦੇ ਨਾਲ ਕਸ਼ਮਕਸ਼ ਪੈਦਾ ਹੁੰਦੀ ਹੈ ਤੇ ਤੁਸੀਂ ਦੁਖੀ ਹੁੰਦੇ ਹੋ। ਜੁੜ ਨਹੀਂ ਸਕਦੀ। ਜਨਮਾਂ ਜਨਮਾਂਤਰਾਂ ਤੱਕ ਜੋੜਦੇ ਰਹੋ ਤੁਸੀਂ ਸਥੂਲ ਦੇ ਨਾਲ, ਜੁੜ ਥੋੜ੍ਹੀ ਸਕਦੀ। ਨਾਲੇ ਸਥੂਲ ਵੀ ਮਿਟ ਰਿਹਾ ਹੈ, ਬਦਲ ਰਿਹਾ ਹੈ, ਜੁੜੂਗੀ ਕਿਵੇਂ? ਬੱਚਾ ਸੀ ਉਹ ਜਵਾਨ ਹੋ ਗਿਆ, ਜਵਾਨ ਸੀ ਉਹ ਬੁੱਢਾ ਹੋ ਗਿਆ, ਮਰ ਗਿਆ, ਹੁਣ ਉਹਦੇ ਨਾਲ ਕਿਵੇਂ ਜੁੜੂਗੀ?
ਤੇ ਇੱਥੇ ਤੇ ਆਵਾਗਾਉਣ ਹੈ ਨਾ, ਜਿਹੜਾ ਮਿਟ ਰਿਹਾ ਉਹਦੇ ਨਾਲ ਕਿਵੇਂ ਜੁੜੂ? ਸਥੂਲ ਦੇ ਨਾਲ ਜੁੜ ਨਹੀਂ ਸਕਦਾ। ਤੇ ਕੋਸ਼ਿਸ਼ ਕਰਕੇ ਵੀ ਤੁਸੀਂ ਨਾਕਾਮ ਹੀ ਹੁੰਦੇ ਹੋ। ਤੇ ਮੈਂ ਕਹਿੰਦਾ ਕੋਸ਼ਿਸ਼ ਹੀ ਨਾ ਕਰੋ ਜੋੜਨ ਦੀ, ਤੇ ਤੁਸੀਂ ਆਪਣੇ ਆਪ ਹੀ ਮੁਕਤ ਹੋ ਜਾ। ਦਰਅਸਲ ਗੱਲ ਉਲਟੀ ਹੈ, ਖਿਆਲ ਵਿੱਚ ਰੱਖੋ। ਆਮ ਸਧਾਰਨਤਾ ਇਹੋ ਕਿਹਾ ਜਾਂਦਾ ਹੈ, ਸਾਧਕ ਵੀ ਕਹਿੰਦੇ ਆ, ਪਰ ਸੰਸਾਰ ਵਿੱਚੋਂ ਧਿਆਨ ਹਟਦਾ ਨਹੀਂ ਹੈ, ਕੋਸ਼ਿਸ਼ ਕਰਦੇ ਆ। ਮੈਂ ਤੁਹਾਨੂੰ ਉਲਟੀ ਗੱਲ ਕਹਿਣਾ, ਖਿਆਲ ਵਿੱਚ ਰੱਖੋ। ਮੈਂ ਕਹਿਣਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਸੰਸਾਰ ਵਿੱਚ ਧਿਆਨ ਜੋੜਨ ਦੀ, ਤੁਸੀਂ ਕੋਸ਼ਿਸ਼ ਨਾ ਕਰੋ, ਧਿਆਨ ਹਟੇਗਾ। ਤੁਸੀਂ ਕੋਸ਼ਿਸ਼ ਛੱਡ ਦਿਓ ਬਸ। ਤੁਸੀਂ ਕੋਸ਼ਿਸ਼ ਕਰੋ ਨਾ, ਆਪਣੇ ਆਪ ਹੀ ਸਭ ਕੁਛ ਹੋਵੇਗਾ। ਗੁਰ ਕਿਰਪਾ ਗੁਰ ਪ੍ਰਸਾਦ ਦਾ ਅਰਥ ਇਹੋ ਹੀ ਹੁੰਦਾ ਹੈ। ਤੁਸੀਂ ਕੋਸ਼ਿਸ਼ ਛੱਡੋ, ਸਮਰਪਿਤ ਹੋ ਜਾਓ, ਸਮਰਪਣ ਕਰ ਦਿਓ, ਤੇ ਉਹ ਆਪਣੇ ਆਪ ਹੀ ਕਰੇਗਾ।